ਉਦੋਂ ਗਾਇਕੀ ਨੂੰ, ਫਿਲਮ ਅਦਾਕਾਰਾਂ ਨੂੰ ਕੋਈ ਵਧੀਆ ਚੰਗੀ ਨਜ਼ਰ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ। ਤੇ ਜਦੋਂ ਫਿਰ ਅਸੀਂ ਸ਼ੂਟ ਤੇ ਗਏ ਮਹੀਨੇ ਬਾਅਦ ਗਿੱਦੜਬਾਹੇ ਜਾ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਤਾਂ ਫਿਲਮ 'ਚ ਹੀਰੋਇਨ ਆ। ਮੇਰੇ ਪਾਪਾ ਕਹਿੰਦੇ ਸੀਗੇ ਕੋਈ ਅਮਰੀਕਾ ਡਾਕਟਰ ਸੀ ਵੀ ਉੱਥੇ ਵਿਆਹ ਕਰਨਾ। ਮੈਂ ਕਿਹਾ ਮੈਂ ਕਿਤੇ ਨਹੀਂ ਵਿਆਹ ਕਰਾਉਣਾ ਹੈਗਾ, ਵੀ ਅਗਰ ਤੁਸੀਂ ਸਰਦੂਲ ਜੀ ਦੇ ਨਾਲ ਵੀ ਮੇਰਾ ਵਿਆਹ ਨਹੀਂ ਕਰਨਾ ਤਾਂ ਮੈਂ ਕਿਤੇ ਹੋਰ ਵੀ ਨਹੀਂ ਕਰਵਾਉਣਾ ਹੈ। ਜਦੋਂ ਤੁਹਾਡਾ ਕੋਈ ਵੀ ਹੱਥ ਨਹੀਂ ਫੜਦਾ ਹੈਗਾ, ਸਿਰਫ ਇੱਕ ਮਾਂ-ਬਾਪ ਹੁੰਦੇ ਨੇ ਜਿਹੜੇ ਤੁਹਾਨੂੰ ਅੱਗੇ ਤੱਕ ਤੋਰਦੇ ਨੇ, ਪਤਾ ਨਹੀਂ ਕਿੱਦਾਂ ਦੁੱਖ ਸੁੱਖ ਕੱਟ ਕੇ ਤੁਹਾਨੂੰ ਪਾਲਦੇ ਆ। ਇੰਨਾ ਕੁ ਰੋਂਦੇ ਹੁੰਦੇ ਸੀਗੇ ਵੀ ਮੈਂ ਜਿਨ੍ਹਾਂ ਲਈ ਇੰਨਾ ਕੁਛ ਕੀਤਾ ਹੈ ਉਹ ਮੈਨੂੰ 1 ਸੈਕਿੰਡ ਵਿੱਚ ਸਿਰਫ ਇਸ ਵਾਸਤੇ ਛੱਡ ਕੇ ਚਲੇ ਗਏ। ਮੈਨੂੰ ਨਾ ਦਿੰਦੇ ਕਿਡਨੀ, ਮੈਨੂੰ ਕੁਝ ਵੀ ਕਹਿ ਦਿੰਦੇ ਵੀ ਦੇਖੋ ਵੀ ਅਸੀਂ ਨਹੀਂ ਦੇ ਸਕਦੇ, ਪਰ ਛੱਡ ਕੇ ਨਾ ਜਾਂਦੇ। ਤੇ ਕਿਡਨੀ ਟ੍ਰਾਂਸਪਲਾਂਟ ਹੋਈ ਤੇ ਫਿਰ ਮੈਂ ਆਪਣੀ ਕਿਡਨੀ ਆਪਣੇ ਮਹਿਬੂਬ, ਆਪਣੇ ਪਤੀ, ਮੇਰਾ ਮੁਰਸ਼ਦ ਸਰਦੂਲ ਸਿਕੰਦਰ, ਫਿਰ ਉਹਨੂੰ ਕਿਡਨੀ ਦਿੱਤੀ। ਤੇ ਮੈਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਉਹਨਾਂ ਦੇ ਕੰਮ ਆਈ ਹਾਂ, ਕਿਉਂਕਿ ਮੇਰਾ ਤਾਂ ਮੁਰਸ਼ਦ ਆ। ਮੈਂ ਤੁਹਾਨੂੰ ਬਹੁਤ ਪਿਆਰ ਕੀਤਾ। ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ। ਮੈਂ ਅਮਰ ਨੂਰੀ। ਅੱਜ ਆਪਣੀ ਜ਼ਿੰਦਗੀ ਦੇ ਸਫ਼ਰ ਦਾ ਇਹ ਹੈ ਮੇਰੀ ਕਰਮ ਕਹਾਣੀ। ਤੁਹਾਡੇ ਸਾਹਮਣੇ ਮੈਂ ਸਾਰੀ ਜ਼ਿੰਦਗੀ ਦੀਆਂ ਗੱਲਾਂ ਕਰਾਂਗੀ ਸ਼ੇਅਰ। ਮੇਰਾ ਜਨਮ ਰੋਪੜ ਦੇ ਵਿੱਚ ਹੋਇਆ ਹੈ। ਮੇਰੇ ਪਿਤਾ ਜੀ ਸ਼੍ਰੀ ਰੋਸ਼ਨ ਸਾਗਰ, ਜਿਹੜੇ ਕਿ ਬਹੁਤ ਹੀ ਅੱਛੇ ਸਿੰਗਰ ਰਹੇ ਨੇ, ਸੂਫੀ ਰੰਗ, ਫੋਕ ਰੰਗ, ਧਾਰਮਿਕ, ਉਹਨਾਂ ਨੇ ਗਾਇਆ ਵੀ ਆ ਅਤੇ ਲਿਖਿਆ ਵੀ ਆ। ਬਹੁਤ ਵਧੀਆ ਕਲਾਕਾਰ ਸੀਗੇ ਉਹ। ਯਮਲਾ ਜੱਟ ਜੀ ਦੇ ਸ਼ਾਗਿਰਦ ਸੀਗੇ। ਜਦੋਂ ਪਾਪਾ ਰਿਆਜ਼ ਕਰਦੇ ਹੁੰਦੇ ਸੀਗੇ, ਮੈਂ ਬਹੁਤ ਛੋਟੀ ਸੀਗੀ, ਹੁਣ 4-5 ਸਾਲ ਦਾ ਬੱਚਾ ਜਿੰਨਾ ਕੁ ਹੁੰਦਾ ਹੈ ਅਤੇ ਉਹਨੂੰ ਆਪਣਾ ਵੀ ਪਤਾ ਨਹੀਂ ਹੁੰਦਾ ਨਾ। ਉਸ ਉਮਰ ਦੇ ਵਿੱਚ ਜਦੋਂ ਪਾਪਾ ਰਿਆਜ਼ ਕਰਦੇ ਹੁੰਦੇ ਸੀ, ਮੈਂ ਉਹਨਾਂ ਨੂੰ ਸੁਣਦੀ ਹੁੰਦੀ ਸੀਗੀ ਅਤੇ ਮੈਨੂੰ ਆਪਣੇ ਆਪ ਇੱਦਾਂ ਲੱਗਦਾ ਸੀ ਕਿ ਮੈਂ ਵੀ ਕੁਝ ਗਾਵਾਂ। ਤੋਤਲੀ ਆਵਾਜ਼ ਦੇ ਵਿੱਚ ਮੈਂ ਵੀ ਕੋਸ਼ਿਸ਼ ਕਰਦੀ ਹੁੰਦੀ ਸੀ, ਜੋ ਪਾਪਾ ਨੇ ਗਾਇਆ ਵੀ ਉਹ ਕੰਪੋਜੀਸ਼ਨ ਜਿਹੜੀ ਹੈਗੀ ਹੈ ਮੈਂ ਗਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀਗੀ। ਅਤੇ ਪਾਪਾ ਨੇ ਜਦੋਂ ਸੁਣਿਆ ਮੈਨੂੰ, ਉਦੋਂ ਮੈਂ 7-8 ਸਾਲ ਦੀ ਸੀਗੀ। ਪਾਪਾ ਕਹਿੰਦੇ ਵੀ ਨੂਰੀ ਤਾਂ ਵੀ ਵਧੀਆ ਸੁਰ ਫੜਦੀ ਆ, ਵਧੀਆ ਕੰਪੋਜੀਸ਼ਨ ਜਿਹੜੀਆਂ ਮੇਰੀਆਂ ਇੰਨੀਆਂ ਔਖੀਆਂ ਵੀ ਕੰਪੋਜੀਸ਼ਨ ਹੁੰਦੀਆਂ ਨੇ ਉਹਨੂੰ ਵੀ ਗਾਉਣ ਦੀ ਕੋਸ਼ਿਸ਼ ਕਰਦੀ ਆ। ਅਤੇ ਪਾਪਾ ਨੇ ਕਿਤੇ ਦਿਲ 'ਚ ਸੋਚਿਆ ਕਿ ਵੀ ਮੈਂ ਆਪਣੀ ਬੇਟੀ ਨੂੰ ਇਸੇ ਲਾਈਨ 'ਚ ਲੈ ਕੇ ਆਵਾਂਗਾ, ਪਰ ਮੈਂ ਪਹਿਲਾਂ ਉਹਨੂੰ ਪੜ੍ਹਾਊਂਗਾ ਚੰਗੀ ਤਰ੍ਹਾਂ, ਇਹਨੂੰ ਪੜ੍ਹਾਈ ਤੋਂ ਬਾਅਦ ਮੈਂ ਇਹਨੂੰ ਸ਼ੁਰੂ ਕਰਾਵਾਂਗਾ ਗਾਇਕੀ। ਅਤੇ ਪਰ ਮੈਂ ਜਦੋਂ ਫਿਰ ਸਕੂਲ 'ਚ ਗਈ, ਸਕੂਲ ਦੇ ਵਿੱਚ ਜਦੋਂ ਫ੍ਰੀ ਪੀਰੀਅਡ ਹੁੰਦੇ ਨੇ ਕਈ ਵਾਰੀ, ਉਹਦੇ ਵਿੱਚ ਫਿਰ ਇਹੀ ਹੁੰਦਾ ਕਿ ਕਿਸੇ ਨੇ ਗਾਣਾ ਸੁਣਾਤਾ, ਕਿਸੇ ਨੇ ਡਾਂਸ ਕਰਤਾ, ਕਿਸੇ ਨੇ ਸਕਿੱਟ ਸੁਣਾਤੀ। ਅਤੇ ਮੈਨੂੰ ਹਮੇਸ਼ਾ ਮੇਰੀ ਟੀਚਰ ਕਹਿੰਦੀ ਹੁੰਦੀ ਸੀ ਤੂੰ ਵੀ ਗਾਣਾ ਸੁਣਾ। ਮੈਂ ਫਿਰ ਸੁਰਿੰਦਰ ਕੌਰ ਜੀ ਦੇ, ਕਿਉਂਕਿ ਜਦੋਂ ਮੈਂ ਛੋਟੀ ਹੁੰਦੀ ਸੀਗੀ ਉਦੋਂ TV ਤਾਂ ਹੁੰਦੇ ਨਹੀਂ ਸੀਗੇ, ਉਦੋਂ ਸਿਰਫ ਰੇਡੀਓ ਹੁੰਦੇ ਸੀਗੇ ਅਤੇ ਰੇਡੀਓ ਤੋਂ ਸੁਰਿੰਦਰ ਕੌਰ ਜੀ ਦੇ, ਪ੍ਰਕਾਸ਼ ਕੌਰ ਜੀ ਦੇ ਗਾਣੇ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ, ਨਰਿੰਦਰ ਬੀਬਾ ਜੀ ਦੇ, ਜਗਮੋਹਨ ਕੌਰ ਜੀ ਦੇ, ਨੂਰ ਜਹਾਂ ਜੀ, ਗੁਲਾਮ ਅਲੀ ਸਾਹਿਬ, ਅਤੇ ਇਹਨਾਂ ਦੇ ਮੈਂ ਸੁਣਦੀ ਹੁੰਦੀ ਸੀਗੀ ਗਾਣੇ। ਅਤੇ ਉਹੀ ਫਿਰ ਮੈਂ ਯਾਦ ਕਰਕੇ ਸਕੂਲ ਦੇ ਵਿੱਚ ਸੁਣਾ ਦੇਣੇ। ਇੱਦਾਂ ਚੱਲਦਾ ਰਿਹਾ। ਫਿਰ ਜਦੋਂ ਸਕੂਲਾਂ ਦੇ ਫੰਕਸ਼ਨ ਹੁੰਦੇ ਸੀਗੇ ਫਿਰ ਮੈਂ ਪਾਰਟੀਸਪੇਟ ਵੀ ਕਰਨਾ ਸ਼ੁਰੂ ਕਰ ਦਿੱਤਾ। ਐਨੂਅਲ ਫੰਕਸ਼ਨ ਹੋਣੇ ਜਾਂ ਸਕੂਲਾਂ ਦੇ ਵਿੱਚ ਕੰਪੀਟੀਸ਼ਨ ਹੋਣੇ, ਫਿਰ ਉੱਥੇ ਵੀ ਮੈਂ ਜਾਣਾ ਅਤੇ ਹਮੇਸ਼ਾ ਫਸਟ ਪ੍ਰਾਈਜ਼ ਲੈ ਕੇ ਆਉਣਾ। ਗਿਆਨੀ ਜੈਲ ਸਿੰਘ ਜੀ ਉਦੋਂ ਮੁੱਖ ਮੰਤਰੀ ਹੁੰਦੇ ਸੀਗੇ ਸਾਡੇ, ਉਸ ਟਾਈਮ ਫਿਰ ਮੈਂ ਫਸਟ ਪ੍ਰਾਈਜ਼ ਸੀਗਾ। ਕਾਫੀ ਸਾਰੇ ਸਕੂਲਾਂ ਦੇ, ਜਿਹੜਾ ਸਾਡਾ ਰੋਪੜ ਦਾ ਜਿੰਨਾ ਵੀ ਜ਼ਿਲ੍ਹਾ ਸੀਗਾ ਉੱਥੋਂ ਦੇ ਸਾਰੇ ਸਕੂਲ ਇਕੱਠੇ ਹੋਏ ਸੀਗੇ ਉੱਥੇ। ਮੈਂ ਉਦੋਂ 6ਵੀਂ ਕਲਾਸ ਵਿੱਚ ਪੜ੍ਹਦੀ ਸੀਗੀ ਅਤੇ ਉਦੋਂ ਫਿਰ ਮੈਂ ਫਸਟ ਪ੍ਰਾਈਜ਼ ਮੈਨੂੰ ਮਿਲਿਆ ਸੀਗਾ। ਉਦੋਂ ਉਹਨਾਂ ਨੇ, ਗਿਆਨੀ ਜੈਲ ਸਿੰਘ ਜੀ ਨੇ ਮੈਨੂੰ ਉਹ ਪ੍ਰਾਈਜ਼ ਦਿੱਤਾ ਸੀਗਾ। ਮੇਰੇ ਪਾਪਾ ਬਹੁਤ ਖੁਸ਼ ਹੋਏ ਉਦੋਂ। ਜਦੋਂ ਮੈਂ 9-10 ਕੁ ਸਾਲ ਦੀ ਹੋ ਗਈ ਤਾਂ ਫਿਰ ਮੈਂ ਉਦੋਂ ਪ੍ਰੋਫੈਸ਼ਨਲ, ਜਿਸ ਤਰ੍ਹਾਂ ਪ੍ਰੋਫੈਸ਼ਨਲ ਸਿੰਗਰ ਹੁੰਦੇ ਆ, ਆਪਣੇ ਆਪ ਨੂੰ ਵੱਡੀਆਂ ਸਟੇਜਾਂ 'ਤੇ ਲੈ ਕੇ ਜਾਣਾ, ਉਹ ਮੈਂ ਫਿਰ ਸ਼ੁਰੂਆਤ ਕੀਤੀ। ਪਰ ਮੈਂ ਨਾਲ ਪੜ੍ਹਦੀ ਵੀ ਰਹੀ। ਮੈਂ ਕਾਫੀ ਸਾਰਾ ਸਟਰਗਲ ਕੀਤਾ। ਹਾਲਾਂਕਿ ਮੇਰੇ ਪਾਪਾ ਸਿੰਗਰ ਸੀਗੇ, ਜਿਵੇਂ ਕਿ ਇੱਕ ਕਹਾਵਤ ਬਣੀ ਹੋਈ ਆ ਕਿ ਜਿਹੜੇ ਕਲਾਕਾਰ ਹੁੰਦੇ ਆ
ਉਹਨਾਂ ਦੇ ਬੱਚਿਆਂ ਨੂੰ ਸੰਘਰਸ਼ ਨਹੀਂ ਕਰਨਾ ਪੈਂਦਾ, ਪਰ ਨਹੀਂ, ਕਲਾਕਾਰਾਂ ਦੇ ਬੱਚਿਆਂ ਨੂੰ ਆਮ ਬੱਚਿਆਂ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਮੇਰੇ ਪਾਪਾ ਨੂੰ ਇਹ ਸੀਗਾ ਕਿ ਮੈਂ ਬੇਟੀ ਨੂੰ ਪਹਿਲਾਂ ਪੜ੍ਹਾ ਲਵਾਂ, ਪਰ ਕੁਝ ਪ੍ਰੋਬਲਮ ਇੱਦਾਂ ਦੀਆਂ ਜ਼ਿੰਦਗੀ ਦੇ ਵਿੱਚ, ਘਰ ਦੇ ਵਿੱਚ ਐਸੀਆਂ ਆਈਆਂ, ਪਾਪਾ ਬਿਮਾਰ ਬਹੁਤ ਹੋ ਗਏ ਤੇ ਪਾਪਾ ਹੀ ਘਰ ਦੇ ਵਿੱਚ ਕਮਾਈ ਦਾ ਸਾਧਨ ਸੀ, ਪਾਪਾ ਕਮਾਈ ਕਰਦੇ ਸੀਗੇ। ਜਦੋਂ ਪਾਪਾ ਬਿਮਾਰ ਇੰਨੇ ਜ਼ਿਆਦਾ ਹੋ ਗਏ ਤਾਂ ਫਿਰ ਮੈਨੂੰ ਤੇ ਮੇਰੇ ਵੱਡੇ ਭਰਾ ਕਰਮਾ ਰੋਪੜ ਵਾਲੇ, ਉਹ ਤੇ ਮੈਂ ਦੋਨਾਂ ਨੇ ਫਿਰ ਅਸੀਂ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਨੂੰ ਸਟੇਜ ਦਾ ਕੌਨਫੀਡੈਂਸ ਤਾਂ ਹੈਗਾ ਹੀ ਸੀਗਾ ਸਕੂਲ ਕਰਕੇ। ਤੇ ਫਿਰ ਮੈਂ ਉਦੋਂ ਜਿਹੜੀ ਸਿੰਗਰ ਉਸ ਟਾਈਮ ਦੇ ਪਪੂਲਰ ਸਿੰਗਰ ਹੁੰਦੇ ਸੀਗੇ ਉਹਨਾਂ ਦੇ ਨਾਲ ਚਲੇ ਗਏ, ਕਦੇ ਇੱਕ ਅੱਧਾ ਗਾਣਾ ਗਾ ਦਿੱਤਾ। ਇੱਦਾਂ ਕਰਦੇ ਕਰਦੇ ਅਸੀਂ ਸਟੇਜਾਂ ਕਰਨੀਆਂ, ਮੈਂ ਤੇ ਮੇਰੇ ਵੀਰ ਜੀ ਨੇ, ਕਰਮਾ ਜੀ ਨੇ। ਫਿਰ ਅਸੀਂ, ਮੇਰੇ ਪਾਪਾ ਉਦੋਂ 6 ਮਹੀਨੇ PGI ਦੇ ਵਿੱਚ ਦਾਖਲ ਰਹੇ ਸੀਗੇ, ਕੋਈ ਬਹੁਤ ਵੱਡੀ ਉਹਨਾਂ ਨੂੰ ਕੋਈ ਪ੍ਰੋਬਲਮ ਜੀ ਹੋ ਗਈ ਸੀਗੀ। ਤੇ ਉਦੋਂ ਫਿਰ ਅਸੀਂ ਸਿਰਫ ਇੱਕ ਮਜਬੂਰੀ ਕਰਕੇ ਫਿਰ ਮੈਂ ਗਾਣਾ ਸ਼ੁਰੂ ਕੀਤਾ ਸੀਗਾ 10 ਸਾਲ ਦੀ ਉਮਰ ਦੇ ਵਿੱਚ। ਇੱਦਾਂ ਕਰਦੇ ਕਰਦੇ ਜਦੋਂ ਮੈਂ, ਪਾਪਾ ਠੀਕ ਹੋ ਗਏ, ਪਾਪਾ ਘਰ ਆ ਗਏ, ਵਾਪਸ ਆ ਗਏ, ਤੇ ਸਾਰੇ ਜਿੰਨੇ ਸਾਡੇ ਰਿਸ਼ਤੇਦਾਰ ਸੀਗੇ ਸਾਰੇ ਇਤਰਾਜ਼ ਕਰਨ ਲੱਗ ਗਏ ਵੀ ਤੂੰ ਆਪਣੀ ਬੇਟੀ ਨੂੰ ਇਸ ਲਾਈਨ 'ਚ ਕਿਉਂ ਪਾਇਆ ਹੈ। ਉਦੋਂ ਇੰਨਾ ਵਧੀਆ ਤਰੀਕੇ ਦੇ ਨਾਲ, ਜਦੋਂ ਮੈਂ ਛੋਟੀ ਹੁੰਦੀ ਸੀ, ਉਹ ਜ਼ਮਾਨਾ ਸੀਗਾ, ਉਦੋਂ ਗਾਇਕੀ ਨੂੰ, ਫਿਲਮ ਅਦਾਕਾਰਾਂ ਨੂੰ ਕੋਈ ਵਧੀਆ ਚੰਗੀ ਨਜ਼ਰ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ। ਇਸ ਕੰਮ ਨੂੰ, ਇਸ ਕਿੱਤੇ ਨੂੰ ਮਤਲਬ ਕਿ ਕੋਈ ਲੋਕ ਐਪਰੀਸ਼ੀਏਟ ਨਹੀਂ ਸੀ ਕਰਦੇ ਹੁੰਦੇ। ਪਰ ਮੇਰੇ ਪਾਪਾ ਸਿੰਗਰ ਸੀਗੇ, ਉਹਨਾਂ ਨੂੰ ਪਤਾ ਸੀਗਾ ਇੱਕ ਆਰਟਿਸਟ ਦੀ ਜਿਹੜੀ ਬਿਰਤੀ ਹੈ, ਇੱਕ ਆਰਟਿਸਟ ਦੀ ਜਿਹੜੀ ਰੂਹ ਆ ਵੀ ਉਹਦੇ ਅੰਦਰ ਜਦੋਂ ਆਰਟ ਚਲੇ ਜਾਂਦਾ ਤੇ ਉਹ ਤਾਂ ਇੱਕ ਉਹਦੇ ਵਾਸਤੇ ਬੰਦਗੀ ਆ, ਉਹ ਇੱਕ ਮੈਡੀਟੇਸ਼ਨ ਆ। ਮੇਰੇ ਪਾਪਾ ਕਹਿੰਦੇ ਸੀਗੇ ਕੋਈ ਗੱਲ ਨਹੀਂ ਵੀ ਤੁਸੀਂ ਸਾਡੇ ਨਾਲ ਬਾਈਕਾਟ ਕਰਨਾ ਕਰ ਦਿਓ, ਪਰ ਮੈਂ ਹੁਣ, ਮੇਰੀ ਬੇਟੀ ਨੇ ਅਗਰ ਸ਼ੁਰੂ ਕਰ ਹੀ ਦਿੱਤਾ ਹੈ, ਮੇਰੀ ਬੇਟੀ ਦਾ ਸ਼ੌਕ ਵੀ ਆ ਤੇ ਮੈਂ ਵੀ ਚਾਹੁੰਦਾ ਸੀਗਾ ਕਿ ਮੈਂ ਆਪਣੀ ਬੇਟੀ ਨੂੰ ਇੱਕ ਬਹੁਤ ਵੱਡੇ ਮੁਕਾਮ ਤੇ ਦੇਖਾਂ, ਪਰ ਹੁਣ ਮੈਂ ਪਿੱਛੇ ਨਹੀਂ ਹਟਣਾ, ਹੁਣ ਮੈਂ ਆਪਣੀ ਬੇਟੀ ਨੂੰ ਪੂਰਾ ਸਹਿਯੋਗ ਦਊਂਗਾ। ਫਿਰ ਮੇਰੇ ਪਾਪਾ ਨੇ ਲੁਧਿਆਣੇ ਅਸੀਂ ਆਏ, ਲੁਧਿਆਣੇ ਆ ਕੇ ਜਸਵੰਤ ਭਮਰਾ ਜੀ ਬਹੁਤ ਵੱਡੇ ਮਿਊਜ਼ਿਕ ਦੇ ਬਹੁਤ ਵੱਡੇ ਖਾਨ ਸਾਹਿਬ ਹੋਏ ਨੇ ਉਹ, ਤੇ ਉਹਨਾਂ ਦੇ ਕੋਲ ਫਿਰ ਅਸੀਂ ਆ ਕੇ ਮੈਂ ਗਾਣਾ ਵੀ ਸਿੱਖਣਾ ਸ਼ੁਰੂ ਕੀਤਾ। ਮੁੱਢਲੀ ਸਿੱਖਿਆ ਤਾਂ ਮੈਂ ਆਪਣੇ ਪਾਪਾ ਤੋਂ ਹੀ ਲਿੱਤੀ। ਮੇਰੇ ਪਾਪਾ ਮੈਨੂੰ 4 ਵਜੇ ਉਠਾ ਦਿੰਦੇ ਹੁੰਦੇ ਸੀ ਸਵੇਰੇ, ਪਾਪਾ ਨੇ ਚਾਹ ਲਿਆ ਕੇ ਦੇਣੀ, ਮੈਨੂੰ ਕਹਿਣਾ ਹਾਰਮੋਨੀਅਮ ਤੇ ਮੈਨੂੰ ਰਿਆਜ਼ ਕਰਵਾਉਣਾ, ਮੈਨੂੰ ਦੱਸਣਾ ਵੀ ਆਵਾਜ਼ ਨੂੰ ਕਿਸ ਤਰ੍ਹਾਂ ਤੁਸੀਂ ਮਿੱਠੀ ਬਣਾਉਣਾ ਹੈ, ਆਵਾਜ਼ ਨੂੰ ਟਿਕਾ ਦੇ ਵਿੱਚ ਕਿੱਦਾਂ ਲਿਆਉਣਾ ਹੈ, ਉੱਦਾਂ ਦਾ ਰਿਆਜ਼ ਮੇਰੇ ਪਾਪਾ ਨੇ ਮੈਨੂੰ ਦੱਸਿਆ। ਫਿਰ ਮੇਰੇ ਪਾਪਾ ਚਾਹੁੰਦੇ ਸੀ ਕਿ ਜਿੰਨਾ ਮੈਂ ਸਿਖਾਉਣਾ ਸੀ ਸਿਖਾ ਰਿਹਾ, ਪਰ ਮੈਂ ਆਪਣੀ ਬੇਟੀ ਨੂੰ ਹੋਰ ਵੀ ਜਿਹੜੇ ਵੱਡੇ ਵੱਡੇ ਖਾਨ ਸਾਹਿਬ ਹੈਗੇ ਉਹਨਾਂ ਤੋਂ ਇਹਨਾਂ ਨੂੰ ਸਿੱਖਿਆ ਲੈ ਕੇ ਦੇਵਾਂ। ਫਿਰ ਮੈਂ ਜਸਵੰਤ ਭਮਰਾ ਜੀ ਕੋਲ ਲੁਧਿਆਣੇ ਆ ਗਈ ਤੇ ਉੱਥੇ ਉਹਨਾਂ ਦੇ ਨਾਲ ਅਸੀਂ ਗੌਰਮੈਂਟ ਦੇ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਤੇ ਨਾਲ ਨਾਲ ਉਹਨਾਂ ਤੋਂ ਸਿੱਖਣਾ। ਸਾਲ ਅਸੀਂ ਉਹਨਾਂ ਦੇ ਨਾਲ ਇੱਦਾਂ ਰਹੇ। ਫਿਰ ਉਸ ਤੋਂ ਬਾਅਦ ਕਾਫੀ ਸਾਰੇ ਲੁਧਿਆਣੇ ਦੇ ਆਰਟਿਸਟ ਸੀਗੇ, ਅਸੀਂ ਕਦੇ ਕਿਸੇ ਆਰਟਿਸਟ ਦੇ ਗਰੁੱਪ 'ਚ ਉਹਦੇ ਨਾਲ ਪ੍ਰੋਗਰਾਮ 'ਤੇ ਚਲੇ ਜਾਣਾ, ਕਦੇ ਕਿਸੇ ਦੇ ਨਾਲ, ਐਵੇਂ ਜਾਂਦੇ ਰਹੇ। ਫਿਰ ਇੱਕ ਧੰਨਾ ਸਿੰਘ ਰੰਗੀਲਾ ਸੀਗੇ, ਬੜੇ ਅੱਛੇ ਕਲਾਕਾਰ ਸੀ, ਉਹਨਾਂ ਦੇ ਨਾਲ ਵੀ ਸਾਲ ਉਹਨਾਂ ਦੇ ਗਰੁੱਪ 'ਚ ਕੰਮ ਕੀਤਾ। ਫਿਰ ਕੁਲਦੀਪ ਮਾਨਕ ਜੀ, ਉਹਨਾਂ ਦੇ ਨਾਲ ਵੀ ਮੈਨੂੰ 1 ਸਾਲ ਉਹਨਾਂ ਦੇ ਗਰੁੱਪ 'ਚ ਕੰਮ ਕਰਨ ਦਾ ਮੌਕਾ ਮਿਲਿਆ। ਤੇ ਅਮਰ ਸਿੰਘ ਚਮਕੀਲਾ ਜੀ, ਉਹਨਾਂ ਦੇ ਨਾਲ ਵੀ ਮੈਨੂੰ 8-10 ਮਹੀਨੇ ਉਹਨਾਂ ਦੀ ਸਟੇਜਾਂ ਦੇ ਉੱਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਇੱਦਾਂ ਹੀ ਜਦੋਂ ਫਿਰ ਹੌਲੀ ਹੌਲੀ ਫਿਰ ਦੀਦਾਰ ਸੰਧੂ ਜੀ ਦੇ ਨਾਲ ਪੱਕਾ ਗਰੁੱਪ ਬਣ ਗਿਆ ਤੇ ਉਹਨਾਂ ਦੇ ਨਾਲ ਫਿਰ ਮੈਂ 4 ਸਾਲ ਉਹਨਾਂ ਦੇ ਗਰੁੱਪ ਦੇ ਵਿੱਚ ਕੰਮ ਕੀਤਾ। ਮੇਰੀ ਰਿਕਾਰਡਿੰਗਸ ਵੀ ਜਿੰਨੀਆਂ ਸੀਗੀਆਂ ਸਾਰੀਆਂ ਉਹਨਾਂ ਦੇ ਨਾਲ ਫਿਰ ਉਦੋਂ ਹੋਈਆਂ, ਕਾਫੀ ਪਪੂਲਰ ਹੋਏ ਗਾਣੇ। ਪਰ ਜਦੋਂ ਇਹ ਮੈਂ ਜਿਹੜਾ ਤੁਹਾਨੂੰ ਸਫ਼ਰ ਦੱਸਿਆ ਮੇਰਾ, ਉਹਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਵਾਂ ਵੀ ਆਈਆਂ ਮੈਨੂੰ। ਅਸੀਂ ਜਦੋਂ ਕਦੇ ਲਖਨਊ ਜਾਂ ਬਾਹਰ ਕਿਤੇ ਪੰਜਾਬ ਤੋਂ ਬਾਹਰਲੇ ਸਟੇਟ 'ਤੇ ਅਸੀਂ ਜਦੋਂ ਪ੍ਰੋਗਰਾਮ ਕਰਨ ਜਾਈਦਾ ਸੀਗਾ, ਕਿਉਂਕਿ ਉਦੋਂ ਇੰਨੇ ਪੈਸੇ ਤਾਂ ਕੋਲ ਹੁੰਦੇ ਨਹੀਂ ਸੀਗੇ ਤੇ ਪ੍ਰੋਗਰਾਮ ਹੁੰਦੇ ਸੀਗੇ, ਪ੍ਰੋਗਰਾਮ ਤੋਂ ਵੀ ਇੰਨੇ ਪੈਸੇ ਨਹੀਂ ਸੀ ਮਿਲਦੇ ਹੁੰਦੇ। ਜਸਵੰਤ ਭਮਰਾ ਜੀ ਹੁੰਦੇ ਸੀਗੇ ਨਾਲ, ਅਸੀਂ ਕਈ ਵਾਰੀ ਸਾਨੂੰ ਸੀਟ ਵੀ ਨਹੀਂ ਸੀ ਮਿਲਦੀ, ਅਸੀਂ ਟ੍ਰੇਨ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੇ ਉੱਥੇ ਸਾਨੂੰ ਸੀਟ ਵੀ ਨਹੀਂ ਸੀ ਹੁੰਦੀ, ਅਸੀਂ ਨੀਚੇ ਹੀ ਕੱਪੜਾ ਵਿਛਾ ਕੇ ਇੱਦਾਂ ਹੀ ਬੈਠ ਕੇ ਚਲੇ ਜਾਣਾ, ਔਰ ਥਕਾਵਟ ਵੀ ਹੋਣੀ, ਇੰਨਾ ਸਫ਼ਰ ਕਰਕੇ ਜਾਣਾ। ਫਿਰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਪ੍ਰੋਗਰਾਮ ਹੁੰਦਾ ਸੀਗਾ ਸ਼ਬਦ, ਮੈਂ ਤੇ ਮੇਰੇ ਵੀਰ ਜੀ ਕਰਮਾ ਵੀਰ ਜੀ ਨੇ, ਸਾਡਾ ਰਾਤ ਨੂੰ 2 ਵਜੇ ਟਾਈਮ ਆਉਂਦਾ ਹੁੰਦਾ ਸੀਗਾ। ਇੱਕ ਤਾਂ ਅਸੀਂ ਬੱਚੇ ਸੀਗੇ, ਛੋਟੀ ਉਮਰ ਸੀਗੀ,
ਬੱਚਾ ਤਾਂ ਬੱਚਾ ਹੀ ਆ ਨਾ, ਉਹਨੂੰ ਨੀਂਦ ਵੀ ਆ ਰਹੀ ਹੈ ਬੱਚੇ ਨੂੰ, ਉਹਨੂੰ ਇੰਨਾ ਪਤਾ ਵੀ ਨਹੀਂ ਹੈਗਾ ਕਿ ਸਟਰਗਲ ਕੀ ਹੁੰਦਾ, ਮੈਨੂੰ ਕਿਵੇਂ ਕੀ ਕਰਨਾ ਚਾਹੀਦਾ ਹੈ। ਤੇ ਪਰ ਮੇਰੇ ਪਾਪਾ ਮੇਰੇ ਨਾਲ ਸੀਗੇ ਸਾਡੇ, ਉਹ ਸਾਨੂੰ ਹਮੇਸ਼ਾ ਤਿਆਰ ਰੱਖਦੇ ਹੁੰਦੇ ਸੀਗੇ। ਹਮੇਸ਼ਾ ਉਹਨਾਂ ਨੇ ਸਾਨੂੰ ਦੱਸਣਾ, ਬੇਟੇ ਤੁਰਦੇ ਜਾਓ, ਕੰਮ ਕਰਦੇ ਜਾਓ, ਕਰਮ ਜਿਹੜਾ ਤੁਹਾਡਾ ਹੈ, ਕਰਮ ਦੇ ਨਾਲ ਹੀ ਤੁਹਾਡਾ ਜਿਹੜਾ ਸਿਤਾਰਾ ਚਮਕੂਗਾ, ਕਰਮ ਦੇ ਨਾਲ ਹੀ ਤੁਹਾਡੀ ਮੁਕਤੀ ਹੋਣੀ ਆ, ਕਰਮ ਹੀ ਤੁਹਾਨੂੰ ਤੁਹਾਡੀਆਂ ਬੁਲੰਦੀਆਂ ਤੇ ਲੈ ਕੇ ਜਾਊਗਾ, ਕਰਮ ਦੇ ਨਾਲ ਹੀ ਸਾਰਾ ਕੁਛ ਆ, ਰੁਜ਼ਗਾਰ ਵੀ ਕਰਮ ਦੇ ਨਾਲ ਆ। ਜੇ ਤੁਸੀਂ ਕਿਸੇ ਚੰਗੇ ਮੁਕਾਮ ਤੇ ਜਾਣਾ ਹੈ ਤਾਂ ਵੀ ਤੁਸੀਂ ਕਰਮ ਕਰੋਗੇ ਤਾਂ ਤੁਹਾਡੀ ਇੱਜ਼ਤ ਆਬਰੂ ਬਣੂਗੀ ਔਰ ਤੁਹਾਨੂੰ ਲੋਕ ਪਿਆਰ ਕਰਨਗੇ। ਮੇਰੇ ਪਾਪਾ ਨੇ ਹਮੇਸ਼ਾ ਮੈਨੂੰ ਸਹਿਯੋਗ ਕੀਤਾ, ਮੈਨੂੰ ਤੇ ਮੇਰੇ ਵੱਡੇ ਵੀਰ ਜੀ ਨੂੰ। ਫਿਰ ਅਸੀਂ 2 ਵਜੇ ਇੱਕਦਮ ਪਾਪਾ ਨੇ ਮੂੰਹ ਧੋਣਾ, ਸਾਡਾ ਵੀ ਨੀਂਦ ਆ ਰਹੀ ਬੱਚਿਆਂ ਨੂੰ, ਸਾਡੀ ਸਟੇਜ ਤੇ ਅਨਾਉਂਸ ਹੋ ਜਾਣੀ। ਅਸੀਂ ਮੈਂ ਤੇ ਮੇਰੇ ਵੀਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਬੇਬੇ ਨਾਨਕੀ ਜੀ ਦਾ ਅਸੀਂ ਡਿਊਟ ਗਾਉਂਦੇ ਹੁੰਦੇ ਸੀਗੇ। ਤੇ ਅਸੀਂ ਇੱਦਾਂ ਸ਼ਬਦ ਗਾਉਣੇ, ਇੱਦਾਂ ਕਰਦੇ ਕਰਦੇ ਚਲੋ ਜ਼ਿੰਦਗੀ ਨਿਕਲੀ ਅੱਗੇ। ਦੀਦਾਰ ਸੰਧੂ ਜੀ ਦੇ ਨਾਲ ਜਦੋਂ ਸੈੱਟ ਬਣਿਆ, ਉਹਨਾਂ ਦੇ ਗਰੁੱਪ 'ਚ ਗਾਣਾ ਸ਼ੁਰੂ ਕੀਤਾ, ਮੈਂ ਰਿਕਾਰਡਿੰਗ ਹੋਈ, ਨਾਮ ਹੋਇਆ, ਲੋਕਾਂ ਨੇ ਬਹੁਤ ਪਿਆਰ ਦਿੱਤਾ। ਮੈਂ ਇਹੀ ਕਹਿੰਦੀ ਹਾਂ ਕਿ ਜਿਹੜੇ, ਕਿਉਂਕਿ ਮਹਾਰਾਜ ਵੀ ਕਹਿੰਦੇ ਆ ਜਿਹੜੀ ਸੰਗਤ ਨੂੰ ਉੱਚਾ ਦਰਜਾ ਦਿੱਤਾ ਹੈ, ਇਹ ਸਹੀ ਗੱਲ ਹੈ। ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ। ਇਹ ਜਿਹੜੀ ਦੁਨੀਆ ਹੈ, ਆਵਾਮ ਆ, ਜਦੋਂ ਇਹ ਤੁਹਾਨੂੰ ਕਬੂਲ ਕਰ ਲੈਣ ਫਿਰ ਰੱਬ ਨੂੰ ਵੀ ਕਬੂਲ ਕਰਨਾ ਹੀ ਪੈਂਦਾ ਹੈ, ਪਰਮਾਤਮਾ ਨੂੰ ਵੀ ਰਹਿਮਤਾਂ ਭੇਜਣੀਆਂ ਹੀ ਪੈਂਦੀਆਂ ਨੇ। ਇਹਨਾਂ ਲੋਕਾਂ ਨੇ ਕਬੂਲ ਕੀਤਾ, ਮੇਰੇ ਹਰ ਇੱਕ ਗਾਣੇ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ। 4 ਸਾਲ ਬਾਅਦ ਜਦੋਂ ਮੈਨੂੰ ਉਹਨਾਂ ਦੇ ਨਾਲ 4 ਸਾਲ ਹੋ ਗਏ ਸੀ ਗਾਉਂਦੀ ਨੂੰ, ਫਿਰ ਸਾਡਾ ਇੱਕ ਗੱਭਰੂ ਪੰਜਾਬ ਦਾ ਫਿਲਮ ਦੇ ਵਿੱਚ ਅਖਾੜਾ ਨੁਮਾ ਗਾਣਾ ਸੀਗਾ, ਬੋਲੀਆਂ ਸੀਗੀਆਂ ਮੇਰੀਆਂ ਤੇ ਦੀਦਾਰ ਸੰਧੂ ਜੀ ਦੀਆਂ। ਉਹ ਜਦੋਂ ਅਸੀਂ ਫਿਰ ਮਾਣੀ ਖੇੜੇ, ਉਹਦੇ ਵਿੱਚ ਗੁੱਗੂ ਗਿੱਲ ਜੀ, ਗੁਰਦਾਸ ਮਾਨ ਜੀ, ਜਗਜੀਤ ਗਿੱਲ ਜੀ ਨੇ ਫਿਲਮ ਡਾਇਰੈਕਟ ਕੀਤੀ ਸੀ। ਇਹ ਬਹੁਤ ਵੱਡੇ ਵੱਡੇ ਕਲਾਕਾਰ ਸੀਗੇ ਉਹਦੇ ਵਿੱਚ। ਤੇ ਮੈਂ ਦੀਦਾਰ ਸੰਧੂ ਜੀ ਦੇ ਨਾਲ ਉਹ ਅਖਾੜਾ ਫਿਲਮਾਉਣਾ ਸੀਗਾ ਮਾਣੀ ਖੇੜੇ। ਉੱਥੇ ਜਦੋਂ ਪਹਿਲੀ ਵਾਰੀ ਮੈਂ ਕੈਮਰਾ ਫੇਸ ਕੀਤਾ ਇੱਕ ਫਿਲਮ ਦੇ ਲਈ, ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸੀ, ਕਿਉਂਕਿ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਅਦਾਇਗੀ ਦਾ। ਜਦੋਂ ਮੈਂ ਸਟੇਜ ਤੇ ਵੀ ਕੰਮ ਕਰਦੀ ਸੀਗੀ, ਸਟੇਜ ਤੇ ਮੈਂ ਜਾਣਾ, ਕਿਸੇ ਵੀ ਕਲਾਕਾਰ ਦੇ ਨਾਲ ਮੈਂ ਜਦੋਂ ਸਟੇਜ ਤੇ ਕੰਮ ਕਰਦੀ ਸੀਗੀ, ਉਹ ਜ਼ਮਾਨੇ ਦੇ ਵਿੱਚ ਕੁੜੀਆਂ ਸਿੱਧਾ ਹੀ ਖੜ ਕੇ ਗਾਉਂਦੀਆਂ ਹੁੰਦੀਆਂ ਸੀਗੀਆਂ, ਬਸ ਇੱਦਾਂ, ਜਾਂ ਕਿਸੇ ਨੇ ਤਾੜੀ ਮਾਰ ਦੇਣੀ, ਹਲਕਾ ਜਿਹਾ ਬਾਂਹ ਉੱਤੇ ਚੱਕ ਦੇਣੀ, ਇੰਨਾ ਕਿ ਹੁੰਦਾ ਸੀਗਾ ਉਦੋਂ ਟਰੈਂਡ। ਪਰ ਜਦੋਂ ਮੈਂ ਸਟੇਜ ਤੇ ਸ਼ੁਰੂ ਕੀਤਾ ਗਾਣਾ, ਮੈਂ ਹਰੇਕ ਸਟੇਜ ਤੇ ਜਿਵੇਂ ਜਿਵੇਂ ਗਾਣੇ ਦੇ ਹਾਵ ਭਾਵ ਹੁੰਦੇ ਸੀਗੇ, ਜੋ ਗਾਣੇ ਦੇ ਸ਼ਬਦ ਹੁੰਦੇ ਸੀ, ਜੋ ਉਹਦੀ ਰਿਦਮ ਹੁੰਦੀ ਸੀ, ਮੈਂ ਉਹਦੇ ਹਿਸਾਬ ਨਾਲ ਮੇਰੇ ਹਾਵ ਭਾਵ ਹੁੰਦੇ ਸੀਗੇ ਤੇ ਮੈਂ ਉੱਦਾਂ ਹੀ ਡਾਂਸ ਵੀ ਕਰਨਾ ਸ਼ੁਰੂ ਕਰ ਦੇਣਾ। ਤੇ ਉਹ ਲੋਕਾਂ ਨੂੰ ਹੋਰ ਵੀ ਜ਼ਿਆਦਾ ਇੱਕ ਚੰਗੀ, ਇੱਕ ਨਵੀਂ ਚੀਜ਼ ਮਿਲ ਗਈ। ਤੇ ਉਹ ਮਤਲਬ ਕਿ ਜਦੋਂ ਮੈਂ ਇੱਦਾਂ ਕਰਨਾ ਤਾਂ ਲੋਕੀ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਕਿ ਇੱਕ ਨਵੀਂ ਚੀਜ਼ ਲੈ ਕੇ ਆਈ, ਇੱਕ ਇੰਟਰਟੇਨਮੈਂਟ ਵਧੀਆ ਹੁੰਦਾ ਸੀ ਉਹਨਾਂ ਦਾ। ਤੇ ਉਹ ਫਿਰ ਜਦੋਂ ਮੈਂ ਗੱਭਰੂ ਪੰਜਾਬ ਦਾ ਦੇ ਵਿੱਚ ਉਹ ਮੇਰਾ ਗਾਣਾ ਜਿਹੜਾ ਬੋਲੀਆਂ ਨੁਮਾ ਸੀਗਾ ਉਹ ਫਿਲਮਾਇਆ, ਉਹ ਬਹੁਤ ਜ਼ਿਆਦਾ ਹਿੱਟ ਹੋਇਆ। ਜਦੋਂ ਫਿਲਮ ਰਿਲੀਜ਼ ਹੋਈ ਗੱਭਰੂ ਪੰਜਾਬ ਦਾ, ਤੇ ਲੋਕੀ ਸਪੈਸ਼ਲ ਉਸ ਗਾਣੇ ਵਾਸਤੇ ਜਾਂਦੇ ਹੁੰਦੇ ਸੀਗੇ ਵੀ ਦੀਦਾਰ ਸੰਧੂ ਤੇ ਅਮਨ ਨੂਰ ਦਾ ਗਾਣਾ, ਜਿਹੜੀਆਂ ਬੋਲੀਆਂ ਨੇ ਉਹ ਹੀ ਦੇਖਣ ਜਾਣੀਆਂ ਨੇ। ਉਹ ਇੰਨੀਆਂ ਪਾਪੂਲਰ ਹੋਈਆਂ, ਫਿਲਮ ਤੋਂ ਅੱਗੇ ਨਿਕਲ ਗਿਆ ਗਾਣਾ ਉਹ। ਫਿਰ ਉਸ ਗਾਣੇ ਨੇ ਮੈਨੂੰ ਅੱਗੇ ਫਿਲਮਾਂ ਦਵਾਈਆਂ। ਸਾਗਰ ਸਰਹੱਦੀ ਜੀ ਨੂੰ ਆਪਣੀ ਫਿਲਮ ਵਾਸਤੇ ਇੱਕ ਬੰਜਾਰਨ ਕਰੈਕਟਰ ਚਾਹੀਦਾ ਸੀਗਾ। ਉਹਨਾਂ ਦੀ ਫਿਲਮ ਸੀਗੀ, ਪੰਜਾਬ 'ਚ ਸ਼ੂਟ ਕਰਨੀ ਸੀ, ਹਿੰਦੀ ਤੇ ਪੰਜਾਬੀ ਦੇ ਵਿੱਚ ਬਣ ਰਹੀ ਸੀਗੀ। ਸੁਪ੍ਰਿਆ ਪਾਠਕ ਸੀਗੀ ਜਗੀਰਦਾਰਾਂ ਦੀ ਕੁੜੀ, ਦੂਜੀ ਜਿਹੜੀ ਕੁੜੀ ਸੀ ਉਹ ਬੰਜਾਰਨ ਦਾ ਕਰੈਕਟਰ ਸੀ। 2 ਹੀਰੋਇਨਾਂ ਸੀਗੀਆਂ ਫਿਲਮ ਦੇ ਵਿੱਚ। ਸੁਪ੍ਰਿਆ ਤਾਂ ਹੈਗੀ ਸੀ ਉਹਨਾਂ ਕੋਲ, ਦੂਜੀ ਕੁੜੀ ਦੀ ਭਾਲ ਦੇ ਵਿੱਚ ਸੀਗੇ ਕਿ ਜਿਹੜੀਆਂ ਗੱਡੀਆਂ ਵਾਲੀਆਂ ਹੁੰਦੀਆਂ ਨੇ ਬੰਜਾਰੇ, ਵੀ ਉਹਨਾਂ ਦੀ ਇੱਕ ਲੁੱਕ ਹੁੰਦੀ ਹੈ, ਵੀ ਉਸ ਟਾਈਪ ਦਾ ਚਿਹਰਾ ਚਾਹੀਦਾ ਸੀ ਉਹਨਾਂ ਨੂੰ। ਉਹਨਾਂ ਨੇ ਕਾਫੀ ਸਾਰੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਲੱਭੇ ਉਹ ਚਿਹਰੇ, ਉਹਨਾਂ ਨੂੰ ਨਹੀਂ ਉਹ ਉੱਦਾਂ ਦਾ ਸਟਾਈਲ ਮਿਲਿਆ। ਅਮਰੀਕ ਗਿੱਲ ਜੀ ਉਹਨਾਂ ਦੇ ਨਾਲ ਸੀਗੇ, ਸਾਗਰ ਸਰਹੱਦੀ ਜੀ ਦੇ, ਚੰਡੀਗੜ੍ਹ ਠਹਿਰੇ ਹੋਏ ਸੀਗੇ। ਤੇ ਉਹ ਕਹਿੰਦੇ ਵੀ ਆਪਾਂ ਹੁਣ ਕੱਲ੍ਹ ਚਲੇ ਜਾਣਾ ਹੈ ਵਾਪਸ, ਵੀ ਆਪਾਂ ਨੂੰ ਕੋਈ ਚਿਹਰਾ ਮਿਲਿਆ ਨਹੀਂ ਉੱਦਾਂ ਦਾ। ਚਲੋ ਆਪਾਂ ਇੱਦਾਂ ਕਰਦੇ ਹਾਂ ਵੀ ਪੰਜਾਬ 'ਚ ਆਏ ਹਾਂ, ਉਦੋਂ ਪੰਜਾਬ ਦਾ ਜਿਹੜਾ ਗਾਣਾ ਕੈਸਟਾਂ ਅੰਬਾਲੇ ਤੋਂ ਅੱਗੇ ਨਹੀਂ ਸੀ ਜਾਂਦੀਆਂ, ਇੱਥੇ ਕਿ ਰਹਿ ਜਾਂਦੀਆਂ ਹੁੰਦੀਆਂ ਸੀਗੀਆਂ, ਕਿਉਂਕਿ ਕੋਈ ਨੈਟਵਰਕ ਵੱਡਾ ਹੈ ਨਹੀਂ ਸੀਗਾ, ਕੋਈ ਪਲੇਟਫਾਰਮ ਕੋਈ ਇੱਦਾਂ ਦਾ ਹੈ ਨਹੀਂ ਸੀ, ਕੋਈ ਕੰਪਨੀ ਜਿਹੜੀ ਪੰਜਾਬ ਤੋਂ ਬਾਹਰ ਵੀ ਲੈ ਕੇ ਜਾਵੇ ਪੰਜਾਬੀ ਗਾਣੇ ਨੂੰ। ਤੇ ਇਸ ਕਰਕੇ ਉਹ ਕਹਿੰਦੇ ਚਲੋ ਇੱਦਾਂ ਕਰਦੇ ਆਪਾਂ ਪੰਜਾਬੀ ਜਿਹੜੀ ਕੋਈ ਵੀਡੀਓ ਸ਼ਾਪ ਜਾਂ ਮਿਊਜ਼ਿਕ ਸ਼ਾਪ ਹੈਗੀ ਉੱਥੇ ਜਾ ਕੇ ਆਪਾਂ
ਬੰਬੇ ਲਈ ਆਪਾਂ ਪੰਜਾਬ ਦਾ ਕੋਈ ਰੰਗ ਕੋਈ ਗਾਣੇ ਇਦਾਂ ਦੇ ਲੈ ਜਾਂਦੇ ਆ। ਉਹ ਕੈਸਟਾਂ ਖਰੀਦਣ ਚਲੇ ਗਏ। ਉੱਥੇ ਫਿਰ ਮੇਰਾ ਗਾਣਾ ਉਹ ਰਿਕਾਰਡ ਪਿਆ ਸੀ ਗੱਭਰੂ ਪੰਜਾਬ ਦਾ, ਜਿਹਦੇ ਜਿਹੜਾ ਅਖਾੜੇ ਨੂੰਮਾ ਜਿਹੜਾ ਸਾਡਾ ਗਾਣਾ ਸੀ, ਉੱਤੇ ਮੇਰੀ ਤੇ ਦੀਦਾਰ ਸੰਧੂ ਜੀ ਦੀ ਫੋਟੋ ਲੱਗੀ ਹੋਈ ਸੀਗੀ। ਉਹ ਕਹਿੰਦੇ ਸਾਗਰ ਸਾਹਿਬ ਦੀ ਨਜ਼ਰ ਪਈ, ਕਹਿੰਦੇ ਆਹ ਕਵਰ ਦਿਖਾਓ। ਉਹ ਜਦੋਂ ਕਵਰ ਦੇਖਿਆ ਕਹਿੰਦੇ ਆਹ ਕੁੜੀ ਕੌਣ ਆ। ਉਹਨਾਂ ਨੇ ਪੁੱਛਿਆ ਜਿਹੜਾ ਸ਼ਾਪਕੀਪਰ ਸੀਗਾ ਦੁਕਾਨਦਾਰ ਨੂੰ, ਉਹ ਕਹਿੰਦੇ ਵੀ ਅਮਰ ਨੂਰੀ ਆ, ਇਹ ਸਿੰਗਰ ਆ। ਤੇ ਉਹਨਾਂ ਨੇ ਉਹਨਾਂ ਕੋਲੋਂ ਐਡਰੈਸ ਲਿੱਤਾ ਵੀ ਇਹ ਕਿੱਥੇ ਰਹਿੰਦੀ ਹੈ ਕੁੜੀ। ਉਹ ਕਹਿੰਦੇ ਰੋਪੜ ਰਹਿੰਦੀ, ਸਾਨੂੰ ਇੰਨਾ ਕੁ ਪਤਾ ਹੈ ਵੀ ਅਸੀਂ ਇਹਨਾਂ ਦੀਆਂ ਇੰਟਰਵਿਊਜ਼ ਦੇਖੀਆਂ ਨੇ ਪੇਪਰ ਦੇ ਵਿੱਚ ਵੀ ਰੋਪੜ ਰਹਿੰਦੀ ਆ ਕੁੜੀ। ਜਿਹੜੇ ਅਮਰੀਕ ਗਿੱਲ ਸੀਗੇ ਉਹ ਕਹਿੰਦੇ ਵੀ ਮੇਰੇ ਰੋਪੜ ਇੱਕ ਦੋਸਤ ਹੈਗੇ ਨੇ ਸੁਭਾਸ਼ ਲਾਂਬਾ, ਵੀ ਮੈਂ ਉਹਨਾਂ ਨੂੰ ਫ਼ੋਨ ਕਰਕੇ ਪੁੱਛ ਲੈਣਾ। ਉਹਨਾਂ ਨੇ ਫ਼ੋਨ ਕੀਤਾ, ਕਹਿੰਦੇ ਵੀ ਤੁਸੀਂ ਪਤਾ ਕਰੋ ਆ ਕੁੜੀ ਵੀ ਅਸੀਂ ਕੱਲ੍ਹ ਇੱਥੇ ਆਉਂਦੇ ਹਾਂ ਰੋਪੜ। ਇੱਦਾਂ ਕਰਕੇ ਉਹਨਾਂ ਨੇ ਸਾਡਾ ਪਤਾ ਕੀਤਾ। ਦੂਸਰੇ ਦਿਨ ਸਾਗਰ ਸੱਦੀ ਜੀ ਉੱਥੇ ਪਹੁੰਚ ਕੇ ਘਰੇ ਸਾਡੇ, ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿੰਦੇ ਮੇਰੀ ਫਿਲਮ 'ਚ ਕੰਮ ਕਰੇਂਗੀ। ਪਾਪਾ ਨੂੰ ਪੁੱਛਿਆ, ਮੈਂ ਕਿਹਾ ਵੀ ਹਾਂਜੀ, ਕਿਉਂਕਿ ਮੈਨੂੰ ਤਾਂ ਬਹੁਤ ਸ਼ੌਂਕ ਸੀਗਾ ਫਿਲਮਾਂ 'ਚ ਕੰਮ ਕਰਨ ਦਾ। ਮੈਂ ਕਿਹਾ ਹਾਂਜੀ ਮੈਂ ਫਿਲਮਾਂ 'ਚ ਕੰਮ ਕਰੂੰਗੀ। ਤੇ ਉਹ ਕਹਿੰਦੇ ਠੀਕ ਹੈ, ਅੱਜ ਤੋਂ 1 ਮਹੀਨੇ ਬਾਅਦ ਗਿੱਦੜਬਾਹੇ ਦੇ ਵਿੱਚ ਸ਼ੂਟਿੰਗ ਹੋਏਗੀ, ਉੱਥੇ ਸਾਡਾ ਕਰੂ ਆਏਗਾ। ਤੇ ਐਡਵਾਂਸ ਦੇ ਕੇ ਪਾਪਾ ਨੂੰ ਉਹ ਚਲੇ ਗਏ। ਤੇ ਜਦੋਂ ਫਿਰ ਅਸੀਂ ਸ਼ੂਟ ਤੇ ਗਏ ਮਹੀਨੇ ਬਾਅਦ ਗਿੱਦੜਬਾਹੇ ਜਾ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਤਾਂ ਫਿਲਮ 'ਚ ਹੀਰੋਇਨ ਆ। ਪਹਿਲਾਂ ਤਾਂ ਮੈਨੂੰ ਇਹ ਸੀਗਾ ਕਿ ਛੋਟਾ ਮੋਟਾ ਕੋਈ ਰੋਲ ਹੋਏਗਾ। ਤੇ ਉੱਥੇ ਜਾ ਕੇ ਜਦੋਂ ਸਾਰੇ ਮੇਰੇ ਪਿੱਛੇ ਪਿੱਛੇ ਭੱਜੀ ਫਿਰਨ ਵੀ ਫਿਲਮ ਦੀ ਹੀਰੋਇਨ ਆ ਗਈ, ਮੈਨੂੰ ਬਹੁਤ ਚਾਲ ਚੜ੍ਹਿਆ, ਖੁਸ਼ੀ ਹੋਈ ਕਿ ਐਡਾ ਲੰਬਾ ਸਟਰਗਲ ਕਰਕੇ ਇੱਕ ਸਬਰ ਕੀਤਾ। ਪਾਪਾ ਹਮੇਸ਼ਾ ਕਹਿੰਦਾ ਸੀ ਬੇਟਾ ਮਿਹਨਤ ਤੋਂ ਕਦੇ ਨਹੀਂ ਘਬਰਾਈਦਾ, ਵੀ ਨੀਂਦ ਤਿਆਗ ਕੇ ਵੀ ਤੁਸੀਂ ਆਪਣੇ ਮੰਜ਼ਿਲ 'ਤੇ ਤੁਰਦੇ ਹੋ। ਕਹਿੰਦੇ ਜਦੋਂ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਫਿਰ ਤੁਹਾਨੂੰ ਸਾਰੇ ਸੁੱਖ ਮਿਲ ਜਾਂਦੇ ਆ, ਪਰ ਜਦੋਂ ਤੁਸੀਂ ਇੱਕ ਸੋਚਿਆ ਹੋਇਆ ਕਿ ਆਪਾਂ ਇੱਥੇ ਪਹੁੰਚਣਾ ਹੈ, ਫਿਰ ਕਹਿੰਦੇ ਨੀਂਦ ਇਹ ਆਰਾਮ ਇਹ ਤਿਆਗਣੇ ਪੈਂਦੇ ਆ। ਕਹਿੰਦੇ ਤਪੱਸਿਆ ਇਹ ਤਪ ਆਏ ਪੇਟੇ ਕਰਨੇ ਪੈਂਦੇ ਆ। ਔਰ ਇਹ ਮੈਂ ਤਪ 10 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਇਆ ਸੀ। ਤੇ ਉਦੋਂ ਮੈਂ 18-19 ਸਾਲਾਂ ਦੀ ਸੀ ਜਦੋਂ ਮੈਂ ਫਿਰ ਇਹ ਫਿਲਮ ਕੀਤੀ ਸੀਗੀ। ਤੇ ਉਸ ਤੋਂ ਬਾਅਦ ਫਿਰ ਨਾਲ ਹੀ ਮੈਨੂੰ ਇਹੋ ਹਮਾਰਾ ਜੀਵਣਾ ਉਹਦੇ ਵਾਸਤੇ ਉਹਨਾਂ ਨੇ ਸੰਪਰਕ ਕੀਤਾ। ਤੇ ਉਹ ਵੀ ਫਿਰ ਮੈਂ ਕਿਹਾ ਮੈਂ ਕਰਾਂਗੀ। ਫਿਰ ਕੁਝ ਹੋਰ ਫਿਲਮਾਂ ਜਦੋਂ ਗੱਭਰੂ ਪੰਜਾਬ ਦਾ ਤੋਂ ਬਾਅਦ ਮੈਨੂੰ ਹੋਰ ਫਿਲਮਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੀਆਂ। ਫਿਰ ਮੈਂ ਦੀਦਾਰ ਸੰਧੂ ਜੀ ਨੂੰ ਅੰਕਲ ਜੀ ਨੂੰ ਕਿਹਾ ਕਿ ਮੈਂ ਵੀ ਫਿਲਮਾਂ ਵੀ ਕਰਨਾ ਚਾਹੁੰਦੀ ਹਾਂ, ਤੁਹਾਡੇ ਪ੍ਰੋਗਰਾਮ ਖਰਾਬ ਹੁੰਦੇ ਆ, ਵੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਵੀ ਮੈਂ ਆਪਣਾ ਕੋਈ ਅਲੱਗ ਗਰੁੱਪ ਬਣਾ ਲੈਂਦੀ ਹਾਂ ਅਤੇ ਨਾਲ ਮੈਂ ਫਿਲਮਾਂ ਵੀ ਕਰਦੀ ਰਹਾਂਗੀ, ਅਤੇ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ। ਉਹ ਕਹਿੰਦੇ ਵੀ ਨਹੀਂ, ਅਗਰ ਤੈਨੂੰ ਕਾਮਯਾਬੀ ਮਿਲਦੀ ਆ ਤਾਂ ਮੈਨੂੰ ਤਾਂ ਇਤਰਾਜ਼ ਨਹੀਂ ਕੋਈ, ਮੈਂ ਤਾਂ ਬਹੁਤ ਖੁਸ਼ ਹੋਊਂਗਾ ਵੀ ਮੈਂ ਤਾਂ ਚਲੋ ਹੋਰ ਲੜਕੀ ਵੀ ਆ ਜੂਗੀ ਗਰੁੱਪ ਦੇ ਵਿੱਚ, ਪਰ ਤੈਨੂੰ ਇੰਨੀ ਪ੍ਰਸਿੱਧੀ ਮਿਲ ਰਹੀ ਆ, ਤੁਸੀਂ ਜਾਓ, ਵੀ ਮੈਂ ਖੁਸ਼ ਹਾਂ ਵੀ ਮੇਰੇ ਕੋਲੋਂ ਇੱਕ ਬੱਚਾ ਕਾਮਯਾਬ ਹੋ ਕੇ ਜਾ ਰਿਹਾ। ਅਤੇ ਇੱਦਾਂ ਫਿਰ ਉਸ ਤੋਂ ਬਾਅਦ ਮੈਂ ਇਹੋ ਹਮਾਰਾ ਜੀਵਣਾ ਦੀ ਸ਼ੂਟਿੰਗ ਲਈ ਚਲੇ ਗਈ। ਅਤੇ ਉਸੇ ਦੌਰਾਨ ਫਿਰ ਸਰਦੂਲ ਜੀ ਦਾ ਪ੍ਰਵੇਸ਼ ਹੋਇਆ। ਉਹਨਾਂ ਨੇ ਪਾਪਾ ਦੇ ਕੋਲ ਆਏ ਰੋਪੜ, ਉਹਨਾਂ ਨੇ ਰਿਕਾਰਡਿੰਗ ਕਰਵਾਉਣੀ ਸੀਗੀ ਡਿਊਟ ਸੌਂਗ। ਕਾਫੀ ਸਟਰਗਲ ਕਰ ਰਹੇ ਸੀਗੇ, ਉਹ ਵੀ ਰੋਡਵੇਜ਼ ਦੀ ਲਾਰੀ ਉਹਨਾਂ ਦੀ ਆ ਚੁੱਕੀ ਸੀ, ਪਰ ਉਹ ਬਹੁਤ ਜ਼ਿਆਦਾ ਸਟਰਗਲ ਸੀਗੇ। ਉਦੋਂ ਤੱਕ ਉਹਨਾਂ ਦਾ ਕੋਈ ਪਹਿਚਾਣ ਨਹੀਂ ਸੀ ਬਣੀ ਰੋਡਵੇਜ਼ ਦੀ ਲਾਰੀ ਦੇ ਨਾਲ। ਲੋਕਾਂ ਨੂੰ ਇਹ ਸੀਗਾ ਵੀ ਇਹ ਅਲੱਗ-ਅਲੱਗ ਕਲਾਕਾਰਾਂ ਨੇ ਗਾਈ ਹੋਈ ਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਕੋ ਹੀ ਮੁੰਡੇ ਨੇ ਇਹ ਗਾਈ ਆ, ਸਰਦੂਲ ਸਿਕੰਦਰ ਨੇ, ਪਤਾ ਨਹੀਂ ਸੀ ਉਹਨਾਂ ਨੂੰ ਕਿਸੇ ਨੂੰ ਵੀ। ਅਤੇ ਇਸ ਕਰਕੇ ਕੋਈ ਬਹੁਤੀ ਕਾਮਯਾਬੀ ਨਹੀਂ ਸੀ ਉਹਨਾਂ ਨੂੰ ਮਿਲੀ। ਫਿਰ ਉਹ ਜਦੋਂ ਬਾਰ-ਬਾਰ ਜਾਂਦੇ ਸੀਗੇ HMV 'ਚ ਅਤੇ ਉਹ ਵਾਪਸ ਭੇਜ ਦਿੰਦੇ ਹੁੰਦੇ ਸੀਗੇ। ਅਤੇ ਫਿਰ ਇੱਕ ਦਿਨ ਜਦੋਂ ਗਏ ਉੱਥੇ ਤਾਂ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਰਿਕਾਰਡਿੰਗ ਕਰਵਾਉਣੀ ਆ ਤਾਂ ਤੁਸੀਂ ਪੰਜਾਬ ਦੀ ਕੋਈ ਨਾਮਾਵਾਰ ਕੁੜੀ ਹੋਵੇ ਜਿਹਦੀਆਂ ਰਿਕਾਰਡਿੰਗ ਪਹਿਲਾਂ ਚੱਲਦੀਆਂ ਹੋਣ, ਗਾਣੇ ਚੱਲਦੇ ਹੋਣ, ਵੀ ਅਸੀਂ ਇੱਦਾਂ ਰਿਸਕ ਨਹੀਂ ਲੈ ਸਕਦੇ, ਵੀ ਤੁਸੀਂ ਉਹਦੇ ਨਾਲ ਰਿਕਾਰਡਿੰਗ ਕਰਵਾਓ। ਫਿਰ ਉਹਨਾਂ ਨੇ ਕਿਹਾ, ਪਾਪਾ ਦੇ ਕੋਲ ਆਏ ਸਰਦੂਲ ਜੀ ਦੇ ਨਾਲ ਸਾਡੀ ਪਰਿਵਾਰ ਦੇ ਨਾਲ ਥੋੜ੍ਹੀ ਸਾਂਝ ਸੀਗੀ ਇੱਦਾਂ ਕਿ ਜਿਹੜੇ ਸਰਦੂਲ ਜੀ ਦੇ ਪਿਤਾ ਜੀ ਮੇਰੇ ਫਾਦਰ ਇਨ ਲਾਅ ਸਾਗਰ ਮਸਤਾਨਾ ਜੀ, ਉਹ ਬਹੁਤ ਹੀ ਅੱਛੇ ਤਬਲਾ ਵਾਦਕ ਅਤੇ ਬਹੁਤ ਹੀ ਅੱਛਾ ਗਾਉਂਦੇ ਸੀਗੇ, ਹਾਰਮੋਨੀਅਮ ਵੀ ਕਮਾਲ ਦਾ ਵਜਾਉਂਦੇ ਸੀਗੇ, ਬਹੁਤ ਵੱਡੇ ਖਾਨ ਸਾਹਿਬ ਸੀਗੇ। ਉਹ ਅਕਸਰ ਮੇਰੇ ਪਾਪਾ ਨੂੰ ਕਿਤੇ ਨਾ ਕਿਤੇ ਪ੍ਰੋਗਰਾਮ 'ਤੇ ਮਿਲਦੇ ਹੁੰਦੇ ਸੀਗੇ, ਉਹਨਾਂ ਦੀ ਆਪਸ ਵਿੱਚ ਦੋਸਤੀ ਸੀਗੀ। ਇਸ ਕਰਕੇ ਸਰਦੂਲ ਜੀ ਹੋਰਾਂ ਨੂੰ ਇਹ ਸੀਗਾ ਕਿ ਚਲੋ ਅੰਕਲ ਹੈਗੇ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਵੀ ਉਹਨਾਂ ਦੀ ਬੇਟੀ ਵੀ ਗਾਉਂਦੀ ਆ। ਉਹ ਫਿਰ ਪਾਪਾ ਕੋਲ ਆਏ ਕਿ ਆਪਾਂ ਰਿਕਾਰਡਿੰਗ ਕਰਵਾਉਣੀ ਆ, ਵੀ ਤੁਹਾਡੀ ਬੇਟੀ ਦੀ ਰਿਕਾਰਡਿੰਗ ਦੀਦਾਰ ਸੰਧੂ ਜੀ ਦੇ ਨਾਲ ਕਾਫੀ ਫੇਮਸ ਹੋਈਆਂ ਚੱਲਦੀਆਂ ਨੇ, ਅਤੇ ਵੀ ਆਪਾਂ ਇਹਨਾਂ ਦਾ ਨਾਮ ਹੈਗਾ ਵੀ ਇਹਨਾਂ ਦੇ ਨਾਲ ਰਿਕਾਰਡਿੰਗ ਕਰਾਉਣੀ ਆ। ਪਾਪਾ ਕਹਿੰਦੇ ਠੀਕ ਆ। ਅਸੀਂ ਫਿਰ ਰਿਹਰਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਜਦੋਂ ਅਸੀਂ ਉੱਥੇ ਗਏ ਰਿਕਾਰਡਿੰਗ ਹੋਈ, ਫਿਰ ਅਸੀਂ ਮਨ ਬਣਾ ਲਿਆ, ਪਾਪਾ ਨੇ ਵੀ ਸਰਦੂਲ ਜੀ ਨੇ ਵੀ, ਆਪਾਂ ਆਪਸ ਵਿੱਚ ਇਕੱਠਾ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਹਾਂ। ਉਦੋਂ ਫਿਰ ਅਸੀਂ ਸਾਡੀ ਸ਼ੁਰੂਆਤ ਹੋ ਗਈ। ਤੇ ਜਿਹੜੇ ਅਸੀਂ ਰਿਕਾਰਡ ਕਰਵਾਏ ਸੀਗੇ ਗਾਣੇ, ਇੱਕ ਸੋਲੋ ਸੀਗੀ ਕੈਸਟ ਤੇ ਇੱਕ ਡਿਊਟ ਸੌਂਗ ਸੀਗੇ ਸਾਡੇ। ਸੋਲੋ ਸੀਗੀ ਭਾਬੀਏ ਗਿੱਧੇ ਵਿੱਚ ਨੱਚ ਲੈ, ਪਹਿਲੀ ਕੈਸਟ ਸੀਗੀ ਸਾਡੀ ਦੋਨਾਂ ਦੀ। ਗਾਣੇ ਸੋਲੋ ਸੀਗੇ, 4 ਗਾਣੇ ਉਹਨਾਂ ਦੇ ਸੀਗੇ, 4 ਮੇਰੇ ਸੀਗੇ। ਉਹਦੇ ਵਿੱਚ ਮੇਰਾ ਉਹਦੇ ਵਿੱਚ ਗਾਣਾ ਸੀਗਾ ਮੇਰੇ ਨੱਚਦੀ ਦੇ ਖੁੱਲ੍ਹ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ। ਉਹਨਾਂ ਦੇ ਸੀਗੇ ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਗਿੱਧੇ ਦੇ ਵਿੱਚ ਪੌਣ ਪੜਥੂ। ਤੇ ਕਾਫੀ ਅੱਛੇ ਗਾਣੇ ਸੀਗੇ ਤੇ ਬਹੁਤ ਜ਼ਿਆਦਾ ਕੈਸਟ ਉਹ ਚੱਲੀ। ਉਸ ਤੋਂ ਬਾਅਦ ਨਾਲ ਹੀ ਫਿਰ ਜਿਹੜੀ ਡਿਊਟ ਅਸੀਂ ਕਰਾਈ ਸੀ ਰੀਲਾਂ ਦੀ ਦੁਕਾਨ, ਉਹ ਵੀ ਬਹੁਤ ਜ਼ਿਆਦਾ ਕੈਸਟ ਜਿਹੜੀ ਮਾਰਕੀਟ 'ਚ ਆਈ ਤੇ ਬਹੁਤ ਜ਼ਿਆਦਾ ਨਾਮ, ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਸਾਡੀ ਜੋੜੀ ਨੂੰ ਕਬੂਲ ਕਰ ਲਿਆ। ਫਿਰ ਅਸੀਂ ਜਦੋਂ ਸਟੇਜਾਂ 'ਤੇ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ ਕਰਨੇ, ਹੌਲੀ ਹੌਲੀ ਕਰਕੇ ਫਿਰ ਸਾਰਾ ਕੁਝ ਠੀਕ ਹੁੰਦਾ ਗਿਆ। ਫਿਰ ਅਸੀਂ ਜਦੋਂ ਬਾਹਰ ਦੇ ਵੀ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ, ਉਦੋਂ ਮੈਂ ਤੇ ਸਰਦੂਲ ਜੀ ਅਸੀਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀਗੇ। ਸਾਨੂੰ ਸੀਗਾ ਕਿ ਵੀ ਅਸੀਂ ਹਮੇਸ਼ਾ ਲਈ ਸਾਡੀ ਜੋੜੀ ਬਣ ਜਾਵੇ। ਤੇ ਲੋਕ ਵੀ ਚਾਹੁੰਦੇ ਸੀਗੇ, ਸਾਡੇ ਤੋਂ ਪਹਿਲਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਤੁਹਾਡੀ ਜੋੜੀ ਜਿਹੜੀ ਗਾਇਕੀ ਦੀ ਜੋੜੀ ਹੈ, ਇਹ ਤਾਂ ਬਹੁਤ ਵਧੀਆ ਹੈ, ਸੁਪਰ ਹਿੱਟ ਜੋੜੀ ਹੈ ਤੁਹਾਡੀ, ਵੀ ਜੇ ਤੁਸੀਂ ਜ਼ਿੰਦਗੀ ਵੀ ਇੱਕ ਦੂਜੇ ਦੇ ਨਾਲ ਇੱਦਾਂ ਲਗਾ ਦਿਓ ਤਾਂ ਉਹ ਜੋੜੀ ਵੀ ਅਸੀਂ ਤੁਹਾਡੀ ਦੇਖਣਾ ਚਾਹੁੰਦੇ ਹਾਂ, ਤੁਹਾਨੂੰ ਅਸੀਂ ਇੱਕ ਦੂਜੇ ਦੇ ਨਾਲ ਦੇਖਣਾ ਚਾਹੁੰਦੇ ਹਾਂ। ਤੇ ਇਹ ਕਹਿ ਲਓ ਪਰਮਾਤਮਾ ਦੀ ਰਹਿਮਤ ਸੀਗੀ, ਲੋਕਾਂ ਦਾ ਪਿਆਰ ਸੀਗਾ, ਲੋਕਾਂ ਨੇ ਜੋੜੀ ਬਣਾਈ, ਉਹਨਾਂ ਦਾ ਆਸ਼ੀਰਵਾਦ ਸੀਗਾ। ਪਹਿਲਾਂ ਸਾਡੇ ਘਰ ਦੇ ਮੰਨਦੇ ਨਹੀਂ ਸੀਗੇ, ਮੇਰੇ ਪਾਪਾ ਕਹਿੰਦੇ ਸੀ ਵੀ ਨਹੀਂ। ਤੇ 7 ਸਾਲ ਅਸੀਂ ਇੱਦਾਂ ਇਕੱਠੇ ਗਰੁੱਪ 'ਚ ਅਸੀਂ ਕੰਮ ਕਰਦੇ ਰਹੇ, ਆਪਸ ਵਿੱਚ ਕੈਸਟਾਂ ਕਰਦੇ ਰਹੇ, ਸਟੇਜ ਸ਼ੋਅ ਕਰਦੇ ਰਹੇ, ਪਰ ਅੰਦਰੋਂ ਅੰਦਰ ਹੀ ਕਿਤੇ ਉਦਾਸੀ ਸੀਗੀ ਵੀ ਸਾਡੇ ਘਰ ਦੇ ਮੰਨਦੇ ਨਹੀਂ ਸੀਗੇ। ਪਰ ਫਿਰ ਮੇਰੀ ਕਿਉਂਕਿ ਮੇਰੇ ਤੋਂ ਜਿਹੜੇ ਛੋਟੇ ਸੀ, ਮੈਂ ਉਹਨਾਂ ਸਾਰਿਆਂ ਦਾ ਵਿਆਹ ਹੋ ਗਿਆ ਸੀਗਾ, ਪਰ ਮੈਂ ਵਿਆਹ ਨਹੀਂ ਸੀ ਕਰਾ ਰਹੀ। ਮੇਰੇ ਪਾਪਾ ਕਹਿੰਦੇ ਸੀਗੇ ਕੋਈ ਅਮਰੀਕਾ ਡਾਕਟਰ ਸੀ ਵੀ ਉੱਥੇ ਵਿਆਹ ਕਰਨਾ। ਮੈਂ ਕਿਹਾ ਮੈਂ ਕਿਤੇ ਨਹੀਂ ਵਿਆਹ ਕਰਾਉਣਾ ਹੈਗਾ, ਵੀ ਅਗਰ ਤੁਸੀਂ ਸਰਦੂਲ ਜੀ ਦੇ ਨਾਲ ਵੀ ਮੇਰਾ ਵਿਆਹ ਨਹੀਂ ਕਰਨਾ ਤਾਂ ਮੈਂ ਕਿਤੇ ਹੋਰ ਵੀ ਨਹੀਂ ਕਰਵਾਉਣਾ ਹੈਗਾ, ਮੈਂ ਘਰੇ ਬੈਠਾਂਗੀ, ਕੋਈ ਗੱਲ ਨਹੀਂ, ਪਰ ਮੈਂ ਆਪਣੀ ਮਰਜ਼ੀ ਵੀ ਨਹੀਂ ਕਰੂੰਗੀ, ਵੀ ਮੈਂ ਤੁਹਾਡੀ ਵੀ ਇੱਜ਼ਤ ਰੱਖੂੰਗੀ, ਵੀ ਤੁਸੀਂ ਮੈਨੂੰ ਪਾਲਿਆ, ਜਨਮ ਦਿੱਤਾ, ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਹੈ। ਕਿਉਂਕਿ ਜਿਹੜੇ ਮਾਂ-ਬਾਪ ਹੁੰਦੇ ਨੇ ਨਾ, ਧਰਤੀ 'ਤੇ ਰੱਬ ਹੁੰਦੇ ਨੇ। ਜਦੋਂ ਤੁਹਾਡਾ ਕੋਈ ਵੀ ਹੱਥ ਨਹੀਂ ਫੜਦਾ ਹੈਗਾ, ਸਿਰਫ ਇੱਕ ਮਾਂ-ਬਾਪ ਹੁੰਦੇ ਨੇ ਜਿਹੜੇ ਤੁਹਾਨੂੰ ਅੱਗੇ ਤੱਕ ਤੋਰਦੇ ਨੇ, ਪਤਾ ਨਹੀਂ ਕਿੱਦਾਂ ਦੁੱਖ ਸੁੱਖ ਕੱਟ ਕੇ ਤੁਹਾਨੂੰ ਪਾਲਦੇ ਆ। ਸਾਨੂੰ ਕੋਈ ਹੱਕ ਨਹੀਂ ਹੈਗਾ ਵੀ ਆਪਣੇ ਮਾਂ-ਬਾਪ ਤੋਂ ਅਸੀਂ ਬਾਹਰ ਜਾਈਏ। ਮਾਂ-ਬਾਪ ਦੀ ਇੱਜ਼ਤ ਰੱਖਣੀ ਸਾਡਾ ਫਰਜ਼ ਬਣਦਾ ਨਾ। ਖਾਸ ਕਰਕੇ ਮੈਂ ਕੁੜੀਆਂ ਨੂੰ ਕਹਾਂਗੀ ਇਹ ਗੱਲਾਂ ਕਿ ਮਾਂ-ਬਾਪ ਤੁਹਾਡੇ ਲਈ ਹਮੇਸ਼ਾ ਚੰਗਾ ਸੋਚਦੇ ਆ। ਮੇਰੇ ਮਾਂ-ਬਾਪ ਨੇ ਵੀ ਚੰਗਾ ਹੀ ਸੋਚਿਆ ਸੀਗਾ ਤੇ ਆਪਣੀ ਥਾਂ 'ਤੇ ਉਹ ਠੀਕ ਸੀਗੇ, ਕਿਉਂਕਿ ਉਹਨਾਂ ਨੂੰ ਸੀਗਾ ਕਿ ਇਹ ਸਾਡੀ ਬਰਾਦਰੀ ਦਾ ਥੋੜ੍ਹਾ ਫਰਕ ਸੀਗਾ ਤੇ ਉਹਨਾਂ ਨੂੰ ਸੀਗਾ ਕਿ ਮੈਂ ਆਪਣੀ ਬੇਟੀ ਨੂੰ ਇੱਕ ਇਸ ਤਰ੍ਹਾਂ ਦੇ ਥਾਂ 'ਤੇ ਵਿਆਹਾਂ। ਹਰ ਇੱਕ ਮਾਂ-ਬਾਪ ਚਾਹੁੰਦਾ ਕਿ ਰੱਜਿਆ ਪੁੱਜਿਆ ਘਰ ਹੋਵੇ, ਸਾਰਾ ਕੁਝ ਠੀਕ ਹੋਵੇ, ਉੱਥੇ ਮੇਰੀ ਕੁੜੀ ਜਾਵੇ। ਮੇਰੇ ਪਾਪਾ ਆਪਣੇ ਵੱਲੋਂ ਠੀਕ ਸੋਚ ਰਹੇ ਸੀਗੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਬਹੁਤ ਗਹਿਰਾਈ ਦੇ ਨਾਲ ਇੱਕ ਦੂਜੇ ਨਾਲ ਜੁੜ ਚੁੱਕੇ ਹਾਂ ਨਾ। 7 ਸਾਲ ਬਾਅਦ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਹਜੇ ਵੀ ਇਹਦੀ ਸੁਰਤੀ ਉੱਥੇ ਹੀ ਆ, ਤੇ ਉਹਨਾਂ ਨੂੰ 7 ਸਾਲਾਂ 'ਚ ਇਹ ਵੀ ਦੇਖਿਆ, ਉਹਨਾਂ ਨੇ ਸਰਦੂਲ ਦੇ ਨਾਲ ਵਿਚਰੇ ਬਹੁਤ, ਜੇ ਦੇਖਿਆ ਕਿ ਮੁੰਡਾ ਬਹੁਤ ਹੀ ਨਾਈਸ ਆ, ਬਹੁਤ ਚੰਗਾ ਹੈ, ਮੇਰੀ ਬੇਟੀ ਨੂੰ ਇਹਦੇ ਨਾਲੋਂ ਚੰਗਾ ਮੁੰਡਾ ਦੁਨੀਆ 'ਚ ਨਹੀਂ ਮਿਲ ਸਕਦਾ, ਵੀ ਜਿੱਦਾਂ ਦੀ ਮੇਰੀ ਬੇਟੀ ਦੀ ਰੂਹ ਆ ਇਹੀ ਮੇਰੀ ਬੇਟੀ ਦੀ ਰੂਹ ਨੂੰ ਸਮਝ ਸਕਦਾ ਹੈ ਵੀ। ਫਿਰ ਮੈਂ ਪਾਪਾ ਨੂੰ ਕਿਹਾ, ਮੈਂ ਕਿਹਾ ਪਾਪਾ ਦੇਖੋ ਆਪਣੀ ਕਿਸਮਤ ਆ, ਅਗਰ ਕੋਈ ਰਾਜੇ ਦੀ ਬੇਟੀ ਹੈ ਨਾ, ਕੰਗਾਲ ਦੇ ਨਾਲ ਵੀ ਤੁਸੀਂ ਵਿਆਹ ਦੋਗੇ ਤਾਂ ਅਗਰ ਉਹਦੀ ਕਿਸਮਤ ਦੇ ਵਿੱਚ ਸੁੱਖ ਲਿਖਿਆ ਹੈ ਤਾਂ ਕੰਗਾਲ ਦੇ ਘਰ 'ਚ ਜਾ ਕੇ ਵੀ ਉਹਨੂੰ ਬਹੁਤ ਸੁੱਖ ਮਿਲ ਜਾਣਾ ਹੈ। ਮੈਂ ਕਿਹਾ ਐਸੀ ਗੱਲ ਨਹੀਂ ਹੁੰਦੀ, ਸਾਰਾ ਕੁਝ ਪੈਸਾ ਖੂਬਸੂਰਤੀ ਨਹੀਂ ਹੁੰਦੀ, ਰੂਹ ਵੀ ਕੋਈ ਚੀਜ਼ ਹੁੰਦੀ ਆ। ਬੰਦਾ ਮਿਹਨਤੀ ਹੋਵੇ, ਖੁਦਦਾਰ ਹੋਵੇ
ਉਹ ਜ਼ਿੰਦਗੀ 'ਚ ਬਹੁਤ ਉੱਚੇ ਮੁਕਾਮ ਤੇ ਪਹੁੰਚ ਜਾਂਦਾ ਹੁੰਦਾ ਹੈ। ਕਦੇ ਵੀ ਪੈਸਾ ਨਾ ਦੇਖੋ, ਜਦੋਂ ਵੀ ਵਿਆਹ ਕਰਨਾ ਆਪਣੀ ਬੇਟੀ ਦਾ, ਇਹ ਨਾ ਦੇਖੋ ਇਹਦੇ ਕੋਲ ਜ਼ਮੀਨ ਕਿੰਨੀ ਹੈ, ਇਹਦੇ ਕੋਲ ਪੈਸਾ ਕਿੰਨਾ ਹੈ, ਇਹ ਕੀ ਕਰਦਾ, ਨਹੀਂ। ਇਹ ਚੀਜ਼ਾਂ ਆਉਣੀਆਂ ਜਾਣੀਆਂ, ਕਦੇ ਹੈਗੀਆਂ ਨੇ ਕਦੇ ਨਹੀਂ ਹੈਗੀਆਂ ਨੇ, ਇੱਕ ਸੈਕਿੰਡ ਦੇ ਵਿੱਚ ਸੁਆਹ ਹੋ ਜਾਂਦੀਆਂ ਨੇ। ਪਰ ਇਨਸਾਨ ਨੂੰ ਦੇਖੋ, ਇਨਸਾਨ ਦੀ ਰੂਹ ਕਿਹੋ ਜਿਹੀ ਆ, ਉਹ ਕਿੱਦਾਂ ਪਿਆਰ ਵਾਲਾ ਹੈ, ਉਹ ਨਿਭਾਉਣ ਵਾਲਾ ਹੈ, ਕਿ ਉਹ ਖੁਦਦਾਰ ਆ, ਉਹ ਮਿਹਨਤੀ ਆ। ਅਗਰ ਉਹਦੇ ਕੋਲ ਕੁਝ ਵੀ ਨਹੀਂ ਨਾ ਹੈਗਾ, ਸਿਰਫ ਉਹਦੇ ਕੋਲ ਕਿਰਦਾਰ ਅੱਛਾ ਹੈ, ਮਿਹਨਤੀ ਆ, ਫਿਰ ਤੁਸੀਂ ਅੱਖਾਂ ਬੰਦ ਕਰਕੇ ਆਪਣੀ ਧੀ ਦਾ ਵਿਆਹ ਉੱਥੇ ਕਰ ਸਕਦੇ ਹੋ। ਮੇਰੇ ਪਾਪਾ ਨੇ ਵੀ ਇਹੀ ਸੋਚਿਆ ਵੀ ਨਹੀਂ ਠੀਕ ਹੈ, ਤੇ ਪਾਪਾ ਮੰਨ ਗਏ। ਫਿਰ ਹੌਲੀ ਹੌਲੀ ਕਰਕੇ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ, ਤੁਹਾਡਾ ਸਾਰਿਆਂ ਦਾ ਇੰਨਾ ਕੁ ਪਿਆਰ, ਦੁਆਵਾਂ, ਆਸ਼ੀਰਵਾਦ ਸੀਗੇ। ਪ੍ਰਮਾਤਮਾ ਨੇ ਰਿਜ਼ਕ ਦੇ ਨਾਲ ਵੀ ਝੋਲੀ ਭਰਤੀ, ਸਾਰਾ ਕੁਝ ਹੋ ਗਿਆ, ਨਾਮ ਵੀ ਦਿੱਤਾ, ਫੇਮ ਵੀ ਦਿੱਤਾ। ਤੇ 93 ਦੇ ਵਿੱਚ ਫਿਰ ਮੇਰੀ ਤੇ ਸਰਦੂਲ ਜੀ ਦਾ ਮੰਗਣੀ ਹੋ ਗਈ ਤੇ ਵਿਆਹ ਹੋ ਗਿਆ ਸਾਡਾ। ਉਸ ਤੋਂ ਬਾਅਦ ਫਿਰ ਬੇਟਾ ਮੇਰਾ ਸਾਰੰਗ, ਉਹਨੇ ਜਨਮ ਲਿੱਤਾ। ਉਦੋਂ ਫਿਰ ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਮੇਰੀ ਲੋੜ ਆ ਮੇਰੇ ਬੱਚੇ ਨੂੰ। ਤੇ ਮੈਂ ਉਦੋਂ ਫਿਰ ਪ੍ਰੋਗਰਾਮ ਵਗੈਰਾ ਕਰਨੇ ਘੱਟ ਕਰ ਦਿੱਤੇ, ਬਹੁਤ ਘੱਟ ਕਰਦੀ ਸੀ। ਫਿਰ ਜਦੋਂ ਮੈਂ ਦੇਖਣਾ ਵੀ ਮੇਰਾ ਬੱਚਾ ਵੀ ਡਿਸਟਰਬ ਹੋ ਰਿਹਾ ਮੈਂ ਨਾਲ, ਪਰ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਨੌਕਰਾਂ ਦੇ ਹੱਥਾਂ 'ਚ ਨਹੀਂ, ਆਪ ਮੈਂ ਖੁਦ ਪਾਲਣਾ ਚਾਹੁੰਦੀ ਹਾਂ, ਕਿਉਂਕਿ ਮੈਂ ਉਸ ਮੂਵਮੈਂਟ ਨੂੰ, ਉਸ ਚੀਜ਼ ਨੂੰ ਹੰਡਾਉਣਾ ਚਾਹੁੰਦੀ ਹਾਂ ਵੀ ਮੈਨੂੰ ਪਰਮਾਤਮਾ ਨੇ ਇੱਕ ਦਾਤ ਬਖਸ਼ੀ ਹੈ ਪੁੱਤਰ ਦੀ, ਤੇ ਮੈਂ ਇਹਨੂੰ ਨੌਕਰਾਂ ਕੋਲ ਛੱਡ ਕੇ ਆਪਣੇ ਕੰਮ 'ਤੇ ਜਾਵਾਂ। ਨਹੀਂ, ਸਰਦੂਲ ਜੀ ਕੰਮ ਕਰ ਹੀ ਰਹੇ ਨੇ, ਤੇ ਮੈਂ ਆਪਣੇ ਬੱਚੇ ਦੀ ਇੱਕ ਇੱਕ ਮੂਵਮੈਂਟ ਨੂੰ ਹੰਡਾਉਣਾ ਚਾਹੁੰਦੀ ਸੀਗੀ। ਉਹਦਾ ਇੱਕ ਇੱਕ ਪਲ ਉਹ ਵੱਡਾ ਹੁੰਦਾ ਦੇਖਣਾ ਚਾਹੁੰਦੀ ਸੀ, ਉਹਦੇ ਨਾਲ ਸਾਰੇ ਪਲ ਬਿਤਾਉਣਾ ਚਾਹੁੰਦੀ ਸੀਗੀ। ਤੇ ਮੈਂ ਫਿਰ ਉਦੋਂ ਗਾਣਾ, ਫਿਲਮਾਂ ਸਾਰਾ ਕੁਝ ਛੱਡਤਾ। ਮੈਂ ਆਪਣੇ ਬੱਚੇ ਨੂੰ ਫਿਰ ਉਹੀ ਮੇਰੀ ਦੁਨੀਆ ਬਣ ਗਿਆ। ਫਿਰ ਸਰਦੂਲ ਜੀ ਦੀ ਦੇਖਭਾਲ ਕਰਨੀ, ਬੇਟੇ ਦੀ ਦੇਖਭਾਲ ਕਰਨੀ। ਫਿਰ ਹੌਲੀ ਹੌਲੀ ਜਿਹੜੇ ਮੇਰੇ ਫੈਨ ਸੀਗੇ, ਬਹੁਤ ਪਿਆਰ ਕਰਦੇ ਸੀਗੇ ਮੈਨੂੰ, ਉਹਨਾਂ ਨੂੰ ਕਿਤੇ ਲੱਗਿਆ ਉਹ ਮੈਨੂੰ ਮਿਸ ਕਰਨ ਲੱਗ ਗਏ। ਉਹਨਾਂ ਨੇ ਕਹਿਣਾ ਵੀ ਅਸੀਂ ਮਿਸ ਕਰਦੇ, ਤੁਹਾਡਾ ਕੋਈ ਗਾਣਾ ਨਹੀਂ ਆ ਰਿਹਾ, ਤੁਸੀਂ ਨਵੇਂ ਸਾਲ 'ਤੇ ਵੀ ਨਹੀਂ ਗਾ ਰਹੇ, ਸਾਨੂੰ ਤੁਹਾਡਾ ਕੁਝ ਸੁਣਨ ਨੂੰ ਮਿਲਦਾ ਨਹੀਂ ਪਿਆ। ਫਿਰ ਮੈਂ ਹੌਲੀ ਹੌਲੀ ਕਰਕੇ ਸਾਲ ਬਾਅਦ ਇੱਕ ਨਵੇਂ ਸਾਲ 'ਤੇ ਗਾਣਾ ਕਰ ਦਿੰਦੀ ਹੁੰਦੀ ਸੀ, ਜਿਹੜਾ ਕਿ ਸਾਰਾ ਸਾਲ ਉਹੀ ਸੁਣਦੇ ਰਹਿੰਦੇ ਸੀ। ਮੇਰੇ ਜਿਹੜੇ ਚਾਹੁਣ ਵਾਲੇ ਸੀਗੇ, ਪੂਰਾ ਸਾਲ ਉਹ ਗਾਣਾ ਚੱਲਦਾ ਰਹਿੰਦਾ ਸੀਗਾ। ਅਗਲਾ ਸਾਲ ਜਦੋਂ ਆਉਂਦਾ ਸੀਗਾ ਨਵੇਂ ਸਾਲ, ਫਿਰ ਮੈਂ ਇੱਕ ਗਾਣਾ ਹੋਰ ਕਰ ਦੇਣਾ, ਫਿਰ ਉਹ ਸਾਰਾ ਸਾਲ ਚੱਲੀ ਜਾਣਾ, ਮੇਰੇ ਚਾਹੁਣ ਵਾਲਿਆਂ ਨੂੰ ਉਹਨੂੰ ਸੁਣੀ ਜਾਣਾ। ਔਰ ਫਿਰ ਹੌਲੀ ਹੌਲੀ ਬੇਟਾ ਮੇਰਾ ਜਦੋਂ ਵੱਡਾ ਹੋਇਆ, ਫਿਰ ਮੈਂ ਸੋਚਿਆ ਕਿ ਮੈਂ ਹੁਣ ਗਾਣਾ ਸ਼ੁਰੂ ਕਰਦਾ। ਫਿਰ ਮੇਰਾ ਦੂਜਾ ਬੇਟਾ ਅਲਾਪ, ਉਹਦਾ ਜਨਮ ਹੋਇਆ। ਫਿਰ ਮੈਂ ਸੋਚਿਆ ਕਿ ਨਹੀਂ, ਬੱਚੇ ਜਿੰਨੀ ਦੇਰ ਸਕੂਲ ਜਾ ਕੇ ਆਪਣੇ ਪੈਰਾਂ 'ਤੇ ਵੱਡੇ ਨਹੀਂ ਹੋ ਜਾਂਦੇ, ਉਨੀ ਦੇਰ ਮੈਂ ਸਿਰਫ ਰਿਕਾਰਡਿੰਗ ਕਰੂੰਗੀ ਜਾਂ ਮੈਂ ਬਾਹਰਲੇ ਪ੍ਰੋਗਰਾਮ ਕਰੂੰਗੀ, ਬਾਹਰਲੀ ਕੰਟਰੀਜ਼ ਦੇ, ਕਿਉਂਕਿ ਉਹਦੇ ਵਿੱਚ ਫਿਰ ਬੱਚੇ ਨਾਲ ਹੀ ਜਾ ਸਕਦੇ ਸੀਗੇ। ਮੈਂ ਬਾਹਰ ਪ੍ਰੋਗਰਾਮ ਕਰਦੀ ਰਹੀ, ਤੇ ਪਰ ਮੈਂ ਇੱਥੇ ਨਹੀਂ ਸੀ ਸ਼ੋਅਜ਼ ਕਰਦੀ ਹੁੰਦੀ। ਮੈਂ ਗਾਣਾ ਤਕਰੀਬਨ ਛੱਡਿਆ ਵਰਗਾ ਹੀ ਸੀਗਾ। ਫਿਰ ਜਦੋਂ ਬੱਚੇ ਕਾਫੀ ਵੱਡੇ ਹੋ ਗਏ, 7ਵੀਂ 8ਵੀਂ 9ਵੀਂ ਕਲਾਸ 'ਚ ਹੋ ਗਏ, ਫਿਰ ਮੈਂ ਫਿਲਮਾਂ ਦੁਬਾਰਾ ਸ਼ੁਰੂ ਕੀਤੀਆਂ, ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ। ਤੇ ਫਿਰ ਸਰਦੂਲ ਜੀ ਚਾਹੁੰਦੇ ਸੀਗੇ ਕਿ ਮੈਂ ਬੱਚਿਆਂ ਦੀ ਪਾਲਣ ਪੋਸ਼ਣ ਕਰਾਂ, ਬੱਚਿਆਂ ਨੂੰ ਜ਼ਿਆਦਾ ਟਾਈਮ ਦੇਵਾਂ। ਉਹ ਵੀ ਥੱਕ ਕੇ ਆਉਂਦੇ ਸੀਗੇ ਵੀ ਮੈਂ ਉਹਨਾਂ ਨੂੰ ਵੀ ਟਾਈਮ ਦੇਵਾਂ। ਤੇ ਸਰਦੂਲ ਜੀ ਕਹਿੰਦੇ ਸੀ ਵੀ ਮੈਂ ਤਾਂ ਕੰਮ ਕਰਦਾ ਹੀ ਆ, ਵੀ ਤੂੰ ਫਿਰ ਬੱਚਿਆਂ ਨੂੰ ਵੀ ਦੇਖਦੀ ਆ, ਤੂੰ ਬਾਹਰ ਵੀ ਕੰਮ ਕਰਦੀ, ਤੂੰ ਜ਼ਿਆਦਾ ਥੱਕ ਜਾਂਦੀ ਆ, ਵੀ ਮੈਂ ਚਾਹੁੰਦਾ ਵੀ ਤੈਨੂੰ ਰਾਣੀਆਂ ਵਾਂਗੂ ਰਾਜ ਕਰਾਵਾਂ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਸਾਰੀਆਂ ਚੀਜ਼ਾਂ ਕਰ ਸਕਦੀ ਹਾਂ, ਘਰ ਵੀ ਸੰਭਾਲ ਸਕਦੀ ਹਾਂ, ਬੱਚਿਆਂ ਨੂੰ ਵੀ ਸੰਭਾਲੂੰਗੀ, ਬਾਹਰ ਵੀ ਕੰਮ ਕਰੂੰਗੀ, ਉੱਥੇ ਵੀ ਮੇਰੀ ਇੱਕ ਜ਼ਿੰਮੇਵਾਰੀ ਆ, ਕਿਉਂਕਿ ਮੈਂ 10 ਸਾਲ ਦੀ ਉਮਰ ਤੋਂ ਇਹੀ ਕੰਮ ਕਰਦੀ ਆ ਰਹੀ ਹਾਂ। ਮੈਂ ਇਸ ਕੰਮ ਨੂੰ ਛੱਡ ਨਹੀਂ ਸਕਦੀ। ਮੇਰਾ ਦਰਸ਼ਕਾਂ, ਜਿਹੜੇ ਮੇਰੇ ਚਾਹੁਣ ਵਾਲੇ ਮੇਰੇ ਸਰੋਤੇ ਆ, ਉਹਨਾਂ ਪ੍ਰਤੀ ਵੀ ਮੇਰਾ ਕੋਈ ਫਰਜ਼ ਆ, ਉਹ ਵੀ ਮੈਨੂੰ ਮਿਸ ਕਰਦੇ ਨੇ। ਔਰ ਇਹ ਆਰਟ ਆ ਵੀ ਮੇਰੀ ਥਕਾਵਟ ਸਾਰੀ ਦੂਰ ਹੋ ਜਾਂਦੀ ਹੈ ਜਦੋਂ ਮੈਂ ਕੋਈ ਸਟੇਜ 'ਤੇ ਪਰਫੋਰਮ ਕਰਦੀ ਹਾਂ ਜਾਂ ਫਿਲਮ ਕੈਮਰੇ ਦੇ ਅੱਗੇ ਜਾ ਕੇ ਪਰਫੋਰਮ ਕਰਦੀ ਹਾਂ, ਵੀ ਇਹ ਮੇਰੀ ਇੱਕ ਖੁਰਾਕ ਬਣ ਗਈ ਹੈ ਰੂਹ ਦੀ, ਵੀ ਮੈਂ ਇਹਦੇ ਨਾਲ ਥੱਕਦੀ ਨਹੀਂ ਹੈਗੀ, ਪਰ ਸਗੋਂ ਮੈਨੂੰ ਐਨਰਜੀ ਮਿਲਦੀ ਆ। ਫਿਰ ਸਰਦੂਲ ਜੀ ਕਹਿੰਦੇ ਫਿਰ ਠੀਕ ਆ, ਫਿਰ ਤੂੰ ਗਾ ਸਕਦੀ, ਫਿਰ ਤੂੰ ਆਪਣਾ ਕੰਮ ਕਰ ਸਕਦੀ ਆ। ਤੇ ਸਰਦੂਲ ਜੀ ਸਾਨੂੰ ਸਾਰਿਆਂ ਨੂੰ, ਅਲਾਪ ਨੂੰ, ਸਾਰੰਗ ਨੂੰ, ਸਾਨੂੰ ਇੰਨੀ ਮੁਹੱਬਤ ਕਰਦੇ ਹੁੰਦੇ ਸੀਗੇ। ਉਹ ਇੰਨੇ ਕੁ ਬਿਜ਼ੀ ਹੁੰਦੇ ਸੀਗੇ, ਕਦੇ ਉਹਨਾਂ ਦੀ ਸ਼ੂਟਿੰਗ ਹੋ ਰਹੀ ਆ ਗਾਣਿਆਂ ਦੀ, ਕਦੇ ਗਾਣੇ ਰਿਕਾਰਡ ਕਰਨ ਜਾ ਰਹੇ ਨੇ, ਕਦੇ ਕਿਤੇ ਇੰਟਰਵਿਊ ਆ, ਕਦੇ ਸਟੇਜ ਸ਼ੋਅ ਹੋ ਰਹੇ ਨੇ। ਇੰਨੇ ਬਿਜ਼ੀ ਹੁੰਦੇ ਹੋਏ ਵੀ ਸਾਡੇ ਲਈ ਇੰਨਾ ਫਿਰ ਵੀ ਟਾਈਮ ਕੱਢ ਲੈਂਦੇ ਹੁੰਦੇ ਸੀਗੇ। ਮੈਨੂੰ ਇੱਕ ਵਾਰੀ ਯਾਦ ਆ, ਅਸੀਂ ਬੈਠੇ ਸੀਗੇ 2-3 ਦਿਨ ਉਹਨਾਂ ਕੋਲ ਸੀਗਾ ਟਾਈਮ,
ਤੇ ਮੈਂ ਬੈਠੀ ਬੈਠੀ ਨੇ ਵੈਸੇ ਹੀ ਕਿਹਾ, ਮੈਂ ਕਿਹਾ ਆਈ ਜਿਵੇਂ ਵੈਸੇ ਨਹੀਂ ਬੰਦਾ ਆਪਣੀ ਕੋਈ ਦਿਲ ਦੀ ਇੱਛਾ ਕਰ ਦਿੰਦਾ ਵੀ ਪਹਾੜਾਂ ਦੇ ਵਿੱਚ ਬੈਠ ਕੇ ਵੀ ਮੈਂ ਸ਼ਾਮ ਦਾ ਟਾਈਮ ਹੋਵੇ ਪਹਾੜਾਂ ਦੇ ਵਿੱਚ ਬੈਠ ਕੇ ਮੈਂ ਚਾਹ ਪੀਂਦੀ ਹੋਵਾਂ। ਤੇ ਕਹਿੰਦੇ ਅੱਛਾ ਬਸ ਇੰਨੀ ਕੁ ਇੱਛਾ ਹੈ। ਮੈਂ ਕਿਹਾ ਹਾਂ ਬਸ ਮੈਨੂੰ ਇੰਨਾ ਕਿ ਚੰਗਾ ਲੱਗਦਾ ਵੀ ਕੁਦਰਤ ਦੇ ਨਾਲ ਜੁੜਨਾ। ਤੇ ਚੁੱਪ ਕਰਕੇ ਮੈਨੂੰ ਨਹੀਂ ਸੀ ਪਤਾ ਵੀ ਉਹ ਮੇਰੀ ਗੱਲ ਨੂੰ ਕੀ ਉਹਦਾ ਰਿਪਲਾਈ ਕੀ ਕਰਨਾ ਉਹਨਾਂ ਨੇ। ਅਗਲੇ ਦਿਨ ਸਵੇਰ ਉੱਠੇ, ਕਹਿੰਦੇ ਚਲੋ ਸਾਰੇ ਤਿਆਰੀ ਕਰੋ ਆਪਾਂ ਕਿਤੇ ਜਾਣਾ ਹੈ। ਬੱਚੇ ਵੀ ਸਾਰੇ ਅਸੀਂ ਨਾਲ ਚੱਲੇ ਤੇ ਕਸੌਲੀ ਚਲੇ ਗਏ। ਸ਼ਾਮ ਹੋਈ, ਉੱਥੋਂ ਵਧੀਆ ਸੋਹਣੀ ਕਿੰਨੇ ਤਰ੍ਹਾਂ ਦੀ ਉਹਨਾਂ ਨੇ ਚਾਹ ਮੰਗਾਈ, ਅਲੱਗ-ਅਲੱਗ ਫਲੇਵਰ ਵਾਲੀ ਚਾਹ ਮੰਗਾ ਕੇ ਉੱਥੇ ਬੈਠੇ ਪਹਾੜਾਂ ਦੇ ਵਿੱਚ। ਕਹਿੰਦੇ ਹੁਣ ਪੀ ਚਾਹ, ਕਹਿੰਦੇ ਹੁਣ ਕਿਵੇਂ ਲੱਗਦਾ ਹੈ ਵੀ ਤੂੰ ਕੱਲ ਕਹਿੰਦੀ ਸੀ ਨਾ ਪਹਾੜਾਂ 'ਚ ਬਹਿ ਕੇ ਚਾਹ ਪੀਣੀ ਆ, ਹਾਲ ਕਹਿੰਦੇ ਹੁਣ ਪਹਾੜਾਂ 'ਚ ਬੈਠ ਕੇ ਹੁਣ ਚਾਹ ਪੀ। ਕਿਉਂਕਿ ਇੰਨਾ ਮੇਰੀ ਹਰ ਇੱਕ ਚੀਜ਼ ਦਾ ਇੰਨਾ ਧਿਆਨ ਰੱਖਦੇ ਸੀਗੇ। ਬਹੁਤ ਹੀ ਵਧੀਆ ਇਨਸਾਨ ਸੀਗੇ ਸਰਦੂਲ ਜੀ। ਗਾਇਕ ਤਾਂ ਉਹ ਹੈ ਹੀ ਸੀਗੇ, ਉਹਨਾਂ ਦਾ ਕੋਈ ਤੋੜ ਹੀ ਨਹੀਂ ਹੈਗਾ, ਪਰ ਉਹ ਇਨਸਾਨ, ਉਹ ਰੂਹ ਇੰਨੀ ਚੰਗੀ ਸੀਗੀ, ਇੰਨੀ ਮੁਹੱਬਤ ਵਾਲੀ ਰੂਹ ਸੀ। ਉਹਨਾਂ ਨੇ ਹਰੇਕ ਰਿਸ਼ਤੇ ਨੂੰ ਮਾਣ ਪਿਆਰ ਦਿੱਤਾ ਹੈ। ਉਹ ਇੱਕ ਵਧੀਆ ਭਰਾ ਰਹੇ ਨੇ, ਵਧੀਆ ਪੁੱਤ ਰਹੇ ਨੇ, ਵਧੀਆ ਪਤੀ ਤੇ ਵਧੀਆ ਬਾਪ ਵੀ ਰਹੇ ਨੇ, ਵਧੀਆ ਦੋਸਤ ਵੀ ਰਹੇ ਨੇ। ਦੁਨੀਆ ਦਾ ਜਿਹੜਾ ਵੀ ਰਿਸ਼ਤਾ ਹੈ ਉਹਨੂੰ ਉਹਨਾਂ ਨੇ ਹਮੇਸ਼ਾ ਨਿਭਾਇਆ ਹੈ ਔਰ ਖੜੇ ਆ ਸਾਰਿਆਂ ਦੇ ਨਾਲ, ਹਰੇਕ ਦੇ ਨਾਲ ਖੜੇ ਆ ਜ਼ਿੰਦਗੀ 'ਚ। ਬਹੁਤ ਅੱਛੀ ਰੂਹ ਸੀਗੀ। ਉਹਨਾਂ ਨੇ ਕਦੇ ਆਪਣੇ ਦਿਮਾਗ 'ਚ ਇਹ ਨਹੀਂ ਲਿਆਂਦਾ ਕਿ ਮੈਂ ਬਹੁਤ ਵੱਡਾ ਕਲਾਕਾਰ ਆ, ਮੇਰਾ ਬੜਾ ਨਾਮ ਬਣ ਗਿਆ, ਦੁਨੀਆ ਮੇਰੇ ਪਿੱਛੇ ਆ, ਜਾਂ ਮੇਰੇ ਕੋਲ ਬਹੁਤ ਪੈਸਾ ਹੈ, ਮੇਰੇ ਕੋਲ ਬਹੁਤ ਕੁਛ ਆ। ਉਹਨਾਂ ਦੇ ਦਿਮਾਗ 'ਚ ਕਦੇ ਨਹੀਂ ਸੀ ਇਹ ਗੱਲਾਂ ਆਉਂਦੀਆਂ। ਉਹ ਹਮੇਸ਼ਾ ਹੀ ਸੋਚਦੇ ਹੁੰਦੇ ਸੀਗੇ ਵੀ ਮੇਰਾ ਬਚਪਨ ਕਿੱਦਾਂ ਦਾ ਹੁੰਦਾ ਸੀਗਾ, ਅੱਜ ਮੇਰੇ ਰੱਬ ਨੇ ਮੇਰੇ 'ਤੇ ਐਡੀ ਰਹਿਮਤ ਕੀਤੀ ਆ। ਤੇ ਇਹ ਸਭ ਹਮੇਸ਼ਾ ਮੇਰੇ ਨਾਲ ਗੱਲਾਂ ਕਰਨੇ, ਕਹਿੰਦੇ ਸਿਰਫ ਮੈਨੂੰ ਕਹਿੰਦੇ ਵੀ ਮਿਹਨਤ ਦਾ ਫਲ ਨਹੀਂ ਹੈਗਾ ਇਕੱਲਾ ਇਹ ਜਿੰਨੇ ਲੋਕ ਨੇ ਸਾਨੂੰ ਸੁਣਦੇ ਆਏ ਉਹਨਾਂ ਦੇ ਦੁਆਵਾਂ ਤੇ ਉਹਨਾਂ ਦਾ ਆਸ਼ੀਰਵਾਦ ਆ। ਸਰਦੂਲ ਜੀ ਨੇ ਬਹੁਤ ਜ਼ਿੰਦਗੀ ਦੇ ਵਿੱਚ ਅੱਛੇ ਕਰਮ ਕੀਤੇ। ਉਹਨਾਂ ਨੇ ਬਹੁਤ ਗਰੀਬ ਘਰਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਹੈ, ਉੱਤੇ ਚੱਕਿਆ ਹੈ। ਉਹਨਾਂ ਦੇ ਜਿੰਨੇ ਵੀ ਭੈਣ ਭਰਾ ਸੀ ਉਹਨਾਂ ਨੂੰ, ਕਿਉਂਕਿ ਬਹੁਤ ਗਰੀਬੀ 'ਚ ਉੱਠੇ ਸੀ, ਕੱਚੇ ਘਰ 'ਚੋਂ, ਸਰਦੂਲ ਜੀ ਨੇ ਆਪ ਕਮਾਈ ਕਰ ਕਰਕੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਅੱਛੇ ਘਰ ਬਣਾ ਕੇ ਦਿੱਤੇ। ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਵਿਆਹ ਕੀਤੇ, ਆਪਣੇ ਵੱਲੋਂ ਬਹੁਤ ਵਧੀਆ ਰਿਸ਼ਤਾ ਹੰਢਾਇਆ, ਉਹਨਾਂ ਦੇ ਨਾਲ ਨਿਭਾਇਆ ਰਿਸ਼ਤਾ। ਪਰ ਚਲੋ ਕੋਈ ਗੱਲ ਨਹੀਂ, ਪਰ ਫਿਰ ਵੀ ਸਰਦੂਲ ਜੀ ਇਕੱਲੇ ਰਹਿ ਗਏ। ਫਿਰ ਵੀ ਨਹੀਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਮੇਰੀ ਕਿਸਮਤ ਸੀਗੀ, ਠੀਕ ਹੈ। ਤੇ ਜਦੋਂ ਸਰਦੂਲ ਜੀ ਦੀ ਕਿਡਨੀ ਖਰਾਬ ਹੋਈ ਉਦੋਂ ਮੈਂ ਕੈਨੇਡਾ ਸੀਗੀ। ਆਲਾਪ ਮੇਰਾ ਛੋਟਾ ਬੇਟਾ ਉੱਥੇ ਪੜ੍ਹਦਾ ਸੀਗਾ ਤੇ ਅਸੀਂ ਪੀਆਰ ਵੀ ਉੱਥੋਂ ਦੇ ਹੈਗੇ ਆ, ਤਾਂ ਵੀ ਸਾਨੂੰ ਬਾਰ-ਬਾਰ ਜਾਣਾ ਪੈਂਦਾ ਸੀਗਾ। ਉਦੋਂ ਫਿਰ ਮੈਨੂੰ ਉੱਥੇ ਰਹਿਣਾ ਪੈਂਦਾ ਸੀਗਾ। ਉਸ ਦੌਰਾਨ ਕਿਤੇ ਪਿੱਛੇ ਸਰਦੂਲ ਜੀ ਦੀ ਕਿਡਨੀ ਖਰਾਬ ਹੋ ਗਈ ਤੇ ਉਹ ਫਿਰ ਸਰਦੂਲ ਜੀ ਨੂੰ ਇੱਦਾਂ ਸੀਗਾ ਕਿ ਮੈਂ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ ਵੀ ਮੈਨੂੰ ਤਾਂ ਹੱਸ ਕੇ ਹੀ ਸਾਰੇ ਕਹਿਣਗੇ ਵੀ ਹਾਂ ਜੀ ਤੂੰ ਸਾਡੀ ਕਿਡਨੀ ਲੈ ਲਾ। ਡਾਕਟਰ ਨੇ ਕਿਹਾ ਸੀਗਾ ਆਪਣੇ ਪਰਿਵਾਰ 'ਚੋਂ, ਬਲੱਡ ਦੇ ਰਿਲੇਸ਼ਨ 'ਚੋਂ ਤੂੰ ਪੁੱਛ ਲਾ ਵੀ ਤੇਰਾ ਬਹੁਤ ਛੇਤੀ ਟ੍ਰਾਂਸਪਲਾਂਟ ਕਰਨਾ ਹੈ। ਸਰਦੂਲ ਜੀ ਨੇ ਸਾਰਿਆਂ ਨੂੰ ਕਿਹਾ, ਜਿੰਨਾ ਪਰਿਵਾਰ ਸੀਗਾ ਉਹਨਾਂ ਦਾ, ਸਭ ਨੂੰ ਬੁਲਾ ਕੇ ਗਿਆ ਤੇ ਪਰ ਸਾਰੇ ਚੁੱਪ ਕਰਕੇ ਚਲੇ ਗਏ। ਤੇ ਮੁੜ ਕੇ ਉਹਨਾਂ ਨੂੰ 2 ਮਹੀਨੇ ਪੁੱਛੇ ਨਹੀਂ, ਨਾ ਫੋਨ ਕੀਤਾ, ਨਾ ਉਹਨਾਂ ਦਾ ਫੋਨ ਚੱਕਿਆ ਕਿਸੇ ਨੇ, ਨਾ ਉਹਨਾਂ ਨੇ ਫੋਨ ਕਰਕੇ ਪੁੱਛਿਆ ਤੂੰ ਕਿਵੇਂ ਆ। ਸਰਦੂਲ ਜੀ ਰੂਮ 'ਚ ਪਏ ਰਹਿੰਦੇ ਸੀ, ਡਿਪਰੈਸ਼ਨ 'ਚ ਚਲੇ ਗਏ ਉਹ ਵੀ ਮੈਂ ਹੁਣ ਇੱਦਾਂ ਹੀ ਚੱਲ ਜਾਵਾਂਗਾ। ਉਹਨਾਂ ਨੂੰ ਇੰਨਾ ਕੁ ਰੋਂਦੇ ਹੁੰਦੇ ਸੀਗੇ ਵੀ ਮੈਂ ਜਿਨ੍ਹਾਂ ਲਈ ਇੰਨਾ ਕੁਛ ਕੀਤਾ ਹੈ ਉਹ ਮੈਨੂੰ 1 ਸੈਕਿੰਡ ਵਿੱਚ ਸਿਰਫ ਇਸ ਵਾਸਤੇ ਛੱਡ ਕੇ ਚਲੇ ਗਏ। ਮੈਨੂੰ ਨਾ ਦਿੰਦੇ ਕਿਡਨੀ, ਮੈਨੂੰ ਕੁਝ ਵੀ ਕਹਿ ਦਿੰਦੇ ਵੀ ਦੇਖੋ ਵੀ ਅਸੀਂ ਨਹੀਂ ਦੇ ਸਕਦੇ, ਪਰ ਛੱਡ ਕੇ ਨਾ ਜਾਂਦੇ। ਮੈਂ ਇਸ ਹਾਲਾਤ ਵਿੱਚ ਆ, ਮੈਂ ਇਕੱਲਾ ਹੁਣ ਇੱਥੇ, ਮੈਂ ਕੀ ਕਰਾਂ ਵੀ ਇੱਕ ਬੰਦਾ ਬਿਮਾਰ ਆ, ਬਿਮਾਰੀ ਨਾਲ ਤੜਪ ਰਿਹਾ ਤੇ ਉਹਨੂੰ ਸਾਰੇ ਛੱਡ ਕੇ ਚਲੇ ਜਾਣ ਤਾਂ ਕੀ ਬੀਤਦਾ ਹੈ। ਫਿਰ ਸਰਦੂਲ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ, ਮੈਂ ਕੈਨੇਡਾ ਸੀਗੀ, ਮੈਨੂੰ ਨਹੀਂ ਸੀ ਪਤਾ ਵੀ ਸਰਦੂਲ ਜੀ ਦੀ ਆਹ ਪ੍ਰੋਬਲਮ ਹੋ ਗਈ। ਜਦੋਂ ਉਹਨਾਂ ਨੇ ਫੋਨ ਕਰਕੇ ਮੈਨੂੰ ਦੱਸਿਆ ਤੇ ਮੈਂ ਤੇ ਆਲਾਪ ਫਟਾਫਟ ਉੱਥੋਂ ਟਿਕਟ ਕਰਾ ਕੇ ਅਸੀਂ ਇੰਡੀਆ ਆ ਗਏ। ਤੇ ਮੈਂ ਉਹਨਾਂ ਨੂੰ ਜਦੋਂ ਮਿਲੀ ਇੱਕਦਮ ਮੈਨੂੰ ਜੱਫੀ ਪਾ ਕੇ ਉੱਚੀ ਧਾਹਾਂ ਮਾਰ ਕੇ ਇੱਦਾਂ ਰੋਣਾ ਸ਼ੁਰੂ ਕਰਤਾ ਉਹਨਾਂ ਨੇ। ਮੈਂ ਕਿਹਾ ਵੀ ਕੀ ਹੋਇਆ ਤੁਹਾਨੂੰ? ਕਹਿੰਦੇ ਵੀ ਮੇਰੀ ਕਿਡਨੀ ਪਹਿਲਾਂ ਕ੍ਰੈਟਿਨਾਈਨ ਵਧਿਆ ਸੀਗਾ ਤੇ ਹੁਣ ਤਾਂ ਕਿਡਨੀ ਬਿਲਕੁਲ ਜਵਾਬ ਦੇ ਰਹੀ ਆ ਤੇ ਵੀ ਡਾਕਟਰ ਨੇ ਕਿਹਾ ਵੀ ਛੇਤੀ ਟ੍ਰਾਂਸਪਲਾਂਟ ਕਰਾਉਣਾ ਹੈ। ਤੇ ਮੈਨੂੰ ਕਿਡਨੀ ਨਹੀਂ ਮਿਲ ਰਹੀ। ਮੈਨੂੰ ਤਾਂ ਸਾਰਿਆਂ ਨੇ ਜਵਾਬ ਦਿੱਤਾ, ਮੇਰੇ ਤੋਂ ਸਾਰੇ ਚੁੱਪ ਕਰਕੇ ਨਾ ਜਵਾਬ ਦਿੱਤਾ, ਨਾ ਹਾਂ ਨਾ, ਮੈਂ ਚੁੱਪ ਕਰਕੇ ਛੱਡ ਕੇ ਚਲੇ ਗਏ। 2 ਮਹੀਨੇ ਹੋ ਗਏ, ਮੈਨੂੰ ਪੁੱਛਿਆ ਨਹੀਂ ਕਿਸੇ ਨੇ ਵੀ। ਫਿਰ ਮੈਂ ਕਿਹਾ ਕੋਈ ਗੱਲ ਨਹੀਂ,
ਤੁਸੀਂ ਤਾਂ ਮੈਨੂੰ ਹੌਸਲਾ ਦਿੰਦੇ ਰਹੇ ਅੱਜ ਤੱਕ ਵੀ ਇੰਨਾ ਵੀ ਕੋਈ ਗੱਲ ਨਹੀਂ, ਆਪਣੀ ਕਿਸਮਤ ਆ, ਜੋ ਵੀ ਹੈ ਠੀਕ ਹੈ, ਵੀ ਜੋ ਵੀ ਪਰਮਾਤਮਾ ਤੁਹਾਡੀ ਝੋਲੀ 'ਚ ਪਾਉਂਦਾ ਤੁਸੀਂ ਸਬਰ ਨਾਲ ਉਹਨੂੰ ਕਬੂਲ ਕਰੋ। ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਆ, ਅਸੀਂ ਹੈਗੇ ਨੇ ਤੁਹਾਡੇ ਨਾਲ, ਤੁਸੀਂ ਮੇਰੇ ਲਈ ਮੇਰੀ ਪੂਰੀ ਜਾਨ ਲੈ ਲਓ ਤੁਸੀਂ। ਮੈਂ ਕਿਹਾ ਚਲੋ ਆਪਾਂ ਚੱਲਦੇ ਡਾਕਟਰ ਕੋਲ। ਫਿਰ ਅਸੀਂ ਡਾਕਟਰ ਬਲਦੇਵ ਔਲਖ ਜੀ, ਉਦੋਂ ਉਹ DMC ਵਿੱਚ ਉੱਥੇ ਕੰਮ ਕਰਦੇ ਸੀਗੇ, ਹੁਣ ਤਾਂ ਉਹਨਾਂ ਦਾ ਆਪਣਾ ਇਕਾਈ ਹਸਪੀਟਲ ਆ ਲੁਧਿਆਣੇ 'ਚ, ਉਦੋਂ DMC ਵਿੱਚ ਸੀਗੇ ਉਹ। ਉਦੋਂ ਫਿਰ ਜਦੋਂ ਉਹਨਾਂ ਕੋਲ ਗਏ, ਉਹਨਾਂ ਕੋਲ ਇਲਾਜ ਚੱਲ ਰਿਹਾ ਸੀਗਾ, ਮੈਂ ਜਦੋਂ ਉਹਨਾਂ ਕੋਲ ਅਸੀਂ ਗਏ ਤਾਂ ਸਰਦੂਲ ਜੀ ਨੇ ਜਾ ਕੇ ਡਾਕਟਰ ਔਲਖ ਸਾਹਿਬ ਨੂੰ ਦੱਸਿਆ ਕਿ ਵੀ ਡਾਕਟਰ ਸਾਹਿਬ ਮੈਨੂੰ ਤਾਂ ਪਰਿਵਾਰ 'ਚੋਂ ਕੋਈ ਕਿਡਨੀ ਦੇਣ ਲਈ ਤਿਆਰ ਨਹੀਂ ਹੈਗਾ, ਹੁਣ ਮੈਂ ਕੀ ਕਰਾਂ। ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਵੀ ਮੈਂ ਕਿਡਨੀ ਨਹੀਂ ਦੇ ਸਕਦੀ ਇਹਨਾਂ ਨੂੰ, ਮੈਂ ਵੀ ਤਾਂ ਦੇ ਸਕਦੀ ਕਿਡਨੀ, ਵੀ ਮੇਰੀ ਕਿਡਨੀ ਨਹੀਂ ਲੱਗ ਸਕਦੀ। ਡਾਕਟਰ ਸਾਹਿਬ ਕਹਿੰਦੇ ਵੀ ਤੁਹਾਡਾ ਬਲੱਡ ਗਰੁੱਪ ਦੇਖਣਾ ਪੈਣਾ, ਤੁਹਾਡਾ ਬਲੱਡ ਸਰਦੂਲ ਜੀ ਦਾ A ਪੋਜ਼ਿਟਿਵ ਸੀਗਾ। ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡਾ ਬਲੱਡ ਗਰੁੱਪ ਕੀ ਹੈ। ਮੈਂ ਕਿਹਾ ਮੇਰਾ O ਪੋਜ਼ਿਟਿਵ ਆ। ਉਹ ਕਹਿੰਦੇ ਅੱਛਾ ਤੁਹਾਡਾ O ਪੋਜ਼ਿਟਿਵ ਆ। ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਤਾਂ ਕਿਸੇ ਨੂੰ ਵੀ ਦੇ ਸਕਦੇ ਹੋ ਕਿਡਨੀ ਆਪਣੀ, ਤੁਹਾਡੀ ਤਾਂ ਹਰੇਕ ਨੂੰ ਲੱਗ ਸਕਦੀ ਹੈ, ਤੁਸੀਂ ਤਾਂ ਯੂਨੀਵਰਸਲ ਡੋਨਰ ਹੋ। ਮੈਂ ਕਿਹਾ ਅੱਛਾ ਜੀ। ਕਹਿੰਦੇ ਤੁਹਾਡਾ ਬਲੱਡ ਵੀ ਸਭ ਨੂੰ ਲੱਗ ਸਕਦਾ ਹੈ, ਤੁਹਾਡਾ ਆਰਗਨ ਵੀ ਸਭ ਨੂੰ ਲੱਗ ਸਕਦਾ। ਮੈਂ ਕਿਹਾ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰਾ ਇੱਕ ਅੰਗ ਮੇਰੇ ਪਤੀ ਨੂੰ ਲੱਗੂਗਾ। ਤੇ ਮੈਂ ਕਿਹਾ ਜੀ ਤੁਸੀਂ ਤਿਆਰੀ ਕਰੋ, ਸ਼ੁਰੂ ਕਰੋ ਟ੍ਰਾਂਸਪਲਾਂਟ ਦੀ, ਤੇ ਮੈਂ ਆਪਣੀ ਕਿਡਨੀ ਦੇਣ ਨੂੰ ਤਿਆਰ ਹਾਂ। ਉਹ ਸਾਰਾ ਪ੍ਰੋਸੀਜਰ ਹੋਇਆ ਮਹੀਨੇ ਡੇਢ ਮਹੀਨੇ ਦਾ, ਤੇ ਕਿਡਨੀ ਟ੍ਰਾਂਸਪਲਾਂਟ ਹੋਈ। ਤੇ ਫਿਰ ਮੈਂ ਆਪਣੀ ਕਿਡਨੀ ਆਪਣੇ ਮਹਿਬੂਬ, ਆਪਣੇ ਪਤੀ ਮੇਰਾ ਮੁਰਸ਼ਦ ਸਰਦੂਲ ਸਿਕੰਦਰ, ਫਿਰ ਉਹਨੂੰ ਕਿਡਨੀ ਦਿੱਤੀ। ਤੇ ਮੈਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਉਹਨਾਂ ਦੇ ਕੰਮ ਆਈ ਹਾਂ, ਕਿਉਂਕਿ ਮੇਰਾ ਤਾਂ ਉਹ ਮੁਰਸ਼ਦ ਆ। ਮੈਂ ਤੁਹਾਨੂੰ ਬਹੁਤ ਪਿਆਰ ਕੀਤਾ ਉਹਨੂੰ। ਮੈਂ ਸੰਗੀਤ ਵੀ ਸਿੱਖਿਆ ਉਹਨਾਂ ਕੋਲੋਂ, ਮੈਂ ਬਹੁਤ ਕੁਝ ਸਿੱਖਿਆ ਉਹਨਾਂ ਕੋਲੋਂ, ਜ਼ਿੰਦਗੀ ਦੀਆਂ ਬਰੀਕੀਆਂ ਸਿੱਖੀਆਂ, ਕਿਸ ਤਰ੍ਹਾਂ ਬੰਦਾ ਡਿੱਗ ਕੇ ਬਾਰ-ਬਾਰ ਉੱਠਦਾ ਹੈ, ਕਿਵੇਂ ਬੰਦਾ ਹਾਰ ਜਾਂਦਾ ਕਈ ਵਾਰੀ। ਉਹਨਾਂ ਨੇ ਮੈਨੂੰ ਉੱਠਣਾ ਸਿਖਾਇਆ ਕਿ ਨਹੀਂ, ਹਾਰਨਾ ਨਹੀਂ ਹੈਗਾ, ਜ਼ਿੰਦਗੀ 'ਚ ਉੱਠ ਕੇ ਤੁਰਨਾ ਹੈ। ਤੇ ਮੈਂ ਫਿਰ ਇਸ ਕਰਕੇ ਮੇਰੇ ਉਹ ਹਰੇਕ ਤਰੀਕੇ ਦੇ, ਅਧਿਆਤਮਕ ਤਰੀਕੇ ਦੇ ਵੀ ਮੇਰੇ ਗੁਰੂ ਸੀਗੇ, ਉਹ ਮਿਊਜ਼ਿਕ ਦੇ ਵੀ ਮੇਰੇ ਗੁਰੂ ਸੀਗੇ, ਮੈਨੂੰ ਹਿੰਮਤ ਵੀ ਦਿੰਦੇ ਸੀਗੇ ਹਰ ਤਰੀਕੇ ਦੇ ਨਾਲ। ਮੇਰਾ ਉਹਨਾਂ ਨਾਲ ਦੁਨੀਆ 'ਚ ਇੱਦਾਂ ਦਾ ਰਿਸ਼ਤਾ ਸੀਗਾ, ਮੈਨੂੰ ਇੱਦਾਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਵੀ ਮੈਂ, ਪੂਰੇ ਬ੍ਰਹਿਮੰਡ ਦੇ ਵਿੱਚ ਵੀ ਮੈਂ ਅਗਰ ਜਾਵਾਂ, 7 ਲੋਕਾਂ ਦੇ ਵਿੱਚ ਵੀ ਅਗਰ ਮੈਂ ਜਾਵਾਂ, ਤਾਂ ਵੀ ਮੈਨੂੰ ਸਰਦੂਲ ਸਿਕੰਦਰ ਵਰਗਾ ਇਨਸਾਨ, ਉਹ ਜਿਹੀ ਇੱਕ ਪਵਿੱਤਰ ਪਿਆਰੀ ਰੂਹ ਨਹੀਂ ਮੈਨੂੰ ਮਿਲ ਸਕਦੀ। ਤੇ ਫਿਰ ਉਦੋਂ ਜਦੋਂ ਟ੍ਰਾਂਸਪਲਾਂਟ ਤੋਂ ਬਾਅਦ ਫਿਰ ਉਹ ਬਿਲਕੁਲ ਠੀਕ ਹੋ ਗਏ, ਠੀਕ ਠਾਕ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਬਿਲਕੁਲ ਰਾਜ਼ੀ ਹੋ ਗਏ। ਫਿਰ ਉਹ 6 ਸਾਲ ਤੱਕ ਐਨ ਵਧੀਆ ਰਹੇ ਔਰ ਫਿਲਮਾਂ ਕੀਤੀਆਂ। ਗੱਲਾਂ ਤਾਂ ਬਹੁਤ ਸਾਰੀਆਂ ਨੇ, ਇੱਦਾਂ ਦਾ ਸਫ਼ਰ ਆ, ਕਿਉਂਕਿ ਇੰਨਾ ਸਫ਼ਰ ਮੈਂ 56 ਦੀ ਹੋ ਗਈ ਹਾਂ। ਸਰਦੂਲ ਜੀ ਦੇ ਨਾਲ ਮੇਰਾ 40 ਸਾਲਾਂ ਦਾ ਸਫ਼ਰ ਆ। ਤੇ ਹੁਣ ਇੰਨੇ ਇੱਕ ਅੱਧੇ ਘੰਟੇ ਦੇ ਵਿੱਚ ਤਾਂ ਇਹ ਗੱਲਾਂ ਪੂਰੀਆਂ ਨਹੀਂ ਨਾ ਹੋ ਸਕਦੀਆਂ। ਇਹ ਤਾਂ ਬਸ ਛੋਟੀਆਂ ਚੀਜ਼ਾਂ ਜਿਹੜੀਆਂ ਹੁਣ ਮੇਰੇ ਦਿਮਾਗ 'ਚ ਆ ਰਹੀਆਂ ਸੀਗੀਆਂ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਗੱਲਾਂ ਤਾਂ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਬਹੁਤ ਸਾਰੀਆਂ ਨੇ। ਫਿਰ ਵੀ ਮੈਂ ਇਸੇ ਗੁਰੂ ਦੇ ਨਾਲ, ਇਹਨਾਂ ਦੇ ਨਾਲ ਹੀ ਫਿਰ ਕਦੇ ਤੁਹਾਨੂੰ ਦੂਸਰੇ ਪਾਰਟ ਦੇ ਵਿੱਚ ਬਾਕੀ ਹੋਰ ਸਾਰੀਆਂ ਜਿਹੜੀਆਂ ਗੱਲਾਂ ਨਹੀਂ ਮੈਂ ਕਰ ਸਕੀ, ਰਹਿ ਗਈਆਂ, ਉਹ ਵੀ ਦੱਸੂਗੀ। ਤੇ ਮੈਂ ਇਸ ਗੁਰੂ ਦਾ ਬਹੁਤ ਧੰਨਵਾਦ ਕਰਦੀ ਹਾਂ। ਇਹਨਾਂ ਨੇ ਇਹ ਉਪਰਾਲਾ ਕੀਤਾ ਕਿ ਮੇਰੀ ਰੂਹ ਦੀ ਗੱਲ, ਮੇਰਾ ਜਿਹੜਾ ਕਰਮ ਆ ਜ਼ਿੰਦਗੀ ਦਾ, ਕਿਵੇਂ ਮੈਂ ਡਿੱਗੀ, ਕਿਵੇਂ ਮੈਂ ਉੱਠੀ, ਬਹੁਤ ਸਟਰਗਲ ਕਰਨਾ ਪੈਂਦਾ, ਕਦੇ ਘਬਰਾਉਣਾ ਨਹੀਂ ਹੈਗਾ। ਇਹ ਨਹੀਂ ਹੈਗਾ ਕਿ ਤੁਸੀਂ ਮਿਹਨਤ ਕਰਦੇ ਹੋ ਜੀ, ਗਾਣਾ ਕੀਤਾ, ਚੱਲਿਆ ਨਹੀਂ ਗਾਣਾ ਜੀ, ਕੋਈ ਗੱਲ ਨਹੀਂ, ਫਿਰ ਕੀ ਆ, ਫਿਰ ਦੂਜਾ ਕਰ ਲਓ, ਨਹੀਂ ਚੱਲਿਆ ਕੋਈ ਗੱਲ ਨਹੀਂ, ਹਿੰਮਤ ਥੋੜ੍ਹੀ ਹਾਰਨੀ ਆ, ਕੀ ਪਤਾ ਚੌਥਾ ਪੰਜਵਾਂ ਚੱਲ ਜਾਵੇ, ਕੀ ਪਤਾ ਪਰਮਾਤਮਾ ਨੇ, ਤੁਸੀਂ ਇੱਥੋਂ ਤੁਰੇ ਹੋ, ਇੱਥੇ ਸਫ਼ਰ ਨਹੀਂ ਚੰਗਾ ਚੱਲ ਰਿਹਾ, ਉੱਥੇ ਜਾ ਕੇ ਕੀ ਪਤਾ ਕਿੱਡਾ ਕੁ ਵਧੀਆ ਸਫ਼ਰ ਸ਼ੁਰੂ ਹੋ ਜਾਵੇ ਤੁਹਾਡਾ। ਥੱਕਣਾ ਥੋੜ੍ਹੀ ਹੁੰਦਾ ਹੈ, ਇੰਜੋਏ ਕਰੀ ਜਾਓ, ਕਦੇ ਨਾ ਕਦੇ ਤਾਂ ਮੰਜ਼ਿਲ ਆਊਗੀ ਨਾ। ਅੰਦਰ ਦ੍ਰਿੜ ਰੱਖੋ ਕਿ ਵੀ ਆਪਾਂ ਤੁਰਨਾ ਹੈ ਔਰ ਇਸ ਮੰਜ਼ਿਲ 'ਤੇ ਪਹੁੰਚਣਾ ਹੈ। ਜਦੋਂ ਤੁਸੀਂ ਪੋਜ਼ੀਟਿਵ ਤਰੀਕੇ ਨਾਲ ਕੰਮ ਕਰੋਗੇ, ਮਿਹਨਤ ਕਰੋਗੇ, ਤੁਰੋਗੇ, ਜ਼ਰੂਰ ਮੰਜ਼ਿਲ 'ਤੇ ਪਹੁੰਚੋਗੇ। ਸਤਿ ਸ਼੍ਰੀ ਅਕਾਲ ਜੀ।